वाहिगुरु साहिब जी। हम अंधले ज्ञानहीन अज्ञानी, क्यों चालह मार्ग पंथा। हम अंधले कौ गुर अंचल दीजै, जन नानक चलह मिलंता। हम मैले तुम उजल करते, हम निर्गुण तू दाता। हम मूरख तुम चतुर सियाणे, तू सर्व कला का ज्ञाता। माधो हम ऐसे तू ऐसा, हम पापी तुम पाप खंडन। नीको ठाकुर देसा। सतनाम वाहिगुरु साहिब जीओ। सोरठ महला पंजवा। मृतक कौ पायो तन सासा, बिछुरत आन मिलाया। पशु प्रेत मुगध पै स्रोते, हर नामा मुख गाया। दीन दयाल भगत बचल करुणा निधान, सुखां दे खजाने दुखां दे मेटनहार। एक तिल भी भन्नी हुई घाल व्यर्थ ना जान देण वाले गुरु, समर्थ गुरु, शब्द गुरु, पूਰਨ गुरु, पीरां दे पीर कई बहोड़। बंदी छोड़ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸਹਿਜ ਪਾਠ ਲੜੀਵਾਰ ਵਿਚਾਰ ਅਧੀਨ ਸਰਵਣ ਕਰਨ ਵਾਸਤੇ ਆਪ ਪਹੁੰਚ ਚੁੱਕੇ ਹੋ। ਆਪ ਸਾਰੀਆਂ ਸੰਗਤਾਂ ਨੂੰ ਜਿਉਂ ਆਇਆਂ ਨੂੰ। ਆਪ ਸੰਗਤਾਂ ਦੇ ਮਸ਼ਕੂਰ ਹੈਗੇ ਆ। ਆਪ ਸੰਗਤ ਬਹੁਤ ਪਿਆਰ ਇਕਾਗਰ ਦੇ ਵਿੱਚ ਸਮੇਂ ਸਿਰ ਪਹੁੰਚਦੇ ਹੋ। ਅਸੀਸ ਬਖਸ਼ੋ ਜੀ। ਹੁਣ ਆਪ ਜੀ ਦੀ ਅਸੀਸ ਲੋਚਦਾ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਵਿੱਚ ਵਰਤ ਕੇ ਵਿਚਾਰ ਕਰਾਉਣ। ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਮ੍ਰਿਤਕ ਕੋ ਪਾਇਓ ਤਨ ਸਾਸਾ, ਬਿਛਰਤ ਆਨ ਮਿਲਾਇਆ। ਆਤਮਕ ਜੀਵਨ ਦੀ ਰੋਹ ਖਤਮ ਹੋ ਗਈ ਸੀ। ਮਹਾਰਾਜ ਗਈ ਬਹੋੜ ਨੇ, ਜਿਹੜੇ ਵਿਕਾਰਾਂ ਵਿੱਚ ਸੜ ਕੇ ਬਿਲਕੁਲ ਖਾਕ ਹੋ ਗਏ, ਉਹਨਾਂ ਨੂੰ ਵੀ ਸਤਿਗੁਰ ਜੀ ਨੇ ਨਾਮ ਅੰਮ੍ਰਿਤ ਦੀ ਬੂੰਦ ਦੇ ਕੇ ਆਤਮਕ ਜੀਵਨ ਦੇ ਦਿੱਤਾ। ਤੇ ਬਿਛਰਤ ਆਨ ਮਿਲਾਇਆ ਦਾ ਕੀ ਮਤਲਬ ਹੈ ਜੀ? ਜਨਮ ਜਨਮ ਕਾ ਵਿਛੜਿਆ ਮਿਲਿਆ, ਸਾਧ ਕਿਰਪਾ ਤੇ ਸੂਖਾ ਹਰਿਆ। ਜਿਹੜੇ ਅਸੀਂ ਵਿਛੜ ਗਏ ਸੀ ਗੁਰੂ ਪਾਸੋਂ, ਉਹ ਸਾਧ ਸੰਗਤ ਦੇ ਵਿੱਚ ਬੈਠ ਕੇ ਅੰਦਰ ਦਾ ਖੁਸ਼ਕ ਮਨ ਹਰਾ ਕਰ ਦਿੱਤਾ। ਨਾਮ ਅੰਮ੍ਰਿਤ ਦੇ ਵਿੱਚ ਹਰ ਕਾ ਨਾਮ ਤੇ ਆਇ ਕਹਿ ਹੋ ਹਰਿਆ ਪਾਏ। ਸਤਿਗੁਰੂ ਜੀ ਕਹਿੰਦੇ ਪਸ਼ੂ ਪ੍ਰੇਤ ਮੁਗਧ ਭਏ ਸਰੋਤੇ, ਪਸ਼ ਪ੍ਰੇਤ ਮੁਗਧ ਕੋ ਤਾਰੇ, ਪਾਹਨ ਪਾਰ ਉਤਾਰੇ। ਉੱਥੇ ਪਸ਼ ਹੈ ਜੀ, ਪੱਪਾ ਸੱਸਾ ਸੱਸੇ ਨੂੰ ਔਂਕੜ ਹੈ, ਇੱਥੇ ਦੁਲੈਂਕੜੇ ਨੇ, ਇੱਥੇ ਪਸ਼ੂ ਦਾ ਉਚਾਰਨ ਹੈ। ਪਸ਼ੂ ਪ੍ਰੇਤ ਮੁਗਧ ਭਏ ਸਰੋਤੇ। ਪ੍ਰਭੂ ਦਾ ਸ਼ਬਦ ਸੁਣਨ ਦੇ ਨਾਲ ਹੀ ਸਾਡੇ ਵਰਗੀ ਪਸ਼ੂ ਬਿਰਤੀ, ਪ੍ਰੇਤ ਬਿਰਤੀ, ਕਲ ਮਹਿ ਪ੍ਰੇਤ ਜਿਨੇ ਰਾਮ ਨਾ ਪਛਾਤਾ। ਮੁਗਧ ਮੂਰਖ, ਹਮ ਮੂਰਖ ਮੁਗਧ ਸ਼ਰਨਾਗਤੀ। ਗੁਰੂ ਦੀ ਸ਼ਰਨ ਆ ਗਏ। ਸਤਿਗੁਰੂ ਜੀ ਕਹਿੰਦੇ ਸੁਣਦੇ ਸਾਰ ਕਹਿੰਦੇ ਨਿਰਮਲ ਹੋ ਗਏ। ਹਰ ਨਾਮਾ ਮੁਖ ਗਾਇਆ। ਸੁਣਦੇ ਸਾਰ ਮਨ ਨਿਰਮਲ ਹੋਇਆ ਤੇ ਮੁਖ ਤੋਂ ਪ੍ਰਭੂ ਦਾ ਸ਼ਬਦ ਗਾਣਾ ਸ਼ੁਰੂ ਕੀਤਾ। ਜਿਸ ਦਿਨ ਇਹਨੇ ਸ਼ਬਦ ਗਾਣਾ ਸ਼ੁਰੂ ਕੀਤਾ, ਉਹਨੂੰ ਇਹ ਪਤਾ ਲੱਗ ਗਿਆ ਪ੍ਰਭ ਬਾਣੀ ਸ਼ਬਦ ਸੁਭਾਖਿਆ। ਇਹ ਸਭ ਤੋਂ ਸੋਹਣੀ ਬਾਣੀ ਹੈ। ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰਨਿਮਖ ਨਾ ਮਨ ਤੇ ਟਾਰੀ ਰੇ। ਜਿਸ ਦਿਨ ਗਾਇਆ ਉਸ ਦਿਨ ਇਹਨੂੰ ਪਤਾ ਲੱਗ ਗਿਆ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਝਿਮ ਝਿਮ ਵਰਸੈ ਅੰਮ੍ਰਿਤਾ। ਸਤਿਗੁਰੂ ਜੀ ਨੇ ਕਿਰਪਾ ਕੀਤੀ ਜੀ। ਪੂਰੇ ਗੁਰ ਕੀ ਦੇਖ ਵਡਾਈ, ਤਾਕੀ ਕੀਮਤ ਕਹਿਣ ਨਾ ਜਾਈ ਰਹਾਉ। ਜਿੰਨੇ ਚਿਰ ਤੱਕ ਗੁਰੂ ਨਾਲ ਰਾਬਤਾ ਕਾਇਮ ਨਾ ਹੋਏ ਨਾ, ਗੁਰੂ ਨਾਲ ਸਾਂਝ ਨਾ ਪਏ,
ਸਤਿਗੁਰ ਜੀ ਦੀ ਸੰਗਤ ਜਾਂ ਸ਼ਰਣੀ 'ਚ ਨਾ ਆਈਏ, ਉਹਨਾਂ ਚਿਰ ਤੱਕ ਗੁਰੂ ਦੇ ਚੋਜ ਨਹੀਂ ਪਤਾ ਲੱਗਦੇ। ਚੋਜ ਵਰਤਦੇ ਪਏ ਨੇ, ਮਨ ਦੇ ਉੱਤੇ ਔਲਾ ਪਿਆ ਹੋਇਆ, ਬੁਰਕਾ ਪਿਆ ਹੋਇਆ ਕੂੜ ਦੀ ਪਾਲ ਦਾ। ਜਿਸ ਦਿਨ ਆ ਕੇ ਪਤਾ ਲੱਗਿਆ ਪੂਰੇ ਗੁਰ ਕੀ ਦੇਖ ਵਡਾਈ, ਵਡਿਆਈ ਦੇਖੀ, ਸਤਿਗੁਰ ਜੀ ਕਹਿੰਦੇ ਤਾਂ ਕੀ ਕੀਮਤ ਕਹਿਣ ਨਾ ਜਾਏ। ਫਿਰ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਰਨ ਨਾ ਸਾਕੋਂ, ਤੂੰ ਠਾਕੁਰ ਊਚ ਭਗਵਾਨਾ। ਤੇ ਕੀ ਪਤਾ ਲੱਗਿਆ, ਵਿੱਚੇ ਧਰਤੀ ਵਿੱਚੇ ਪਾਣੀ, ਵਿੱਚ ਕਾਸ਼ਟ ਅਗਨ ਧਰੀਜੈ, ਬੱਕਰੀ ਸਿੰਘ ਕੱਤੈ ਥਾਂ ਰੱਖੈ। ਕੰਟਰੋਵਰਸ਼ੀਅਲ ਚੀਜ਼ਾਂ ਆਪਸ ਦੇ ਵਿੱਚ ਜਿਹੜੀਆਂ ਰਲਦੀਆਂ ਨਹੀਂ, ਬੱਕਰੀ ਤੇ ਸਿੰਘ ਰਲਦੇ ਨਹੀਂ, ਕਹਿੰਦੇ ਉਹ ਵੀ ਗੁਰੂ ਨੇ ਇਕੱਠੇ ਰੱਖੇ ਹੋਏ ਆ। ਪਾਪ ਤੇ ਪੁੰਨ ਵੀ ਇਕੱਠੇ ਰੱਖੇ ਹੋਏ ਆ, ਦਿਨ ਤੇ ਰਾਤ ਵੀ ਇਕੱਠੇ ਹੋਏ ਰੱਖੇ, ਪਾਣੀ ਤੇ ਧਰਤੀ ਵੀ। ਆਹ ਜਿਹੜੇ ਗੁਣਾਂ ਦੀ ਕੀਮਤ ਪਈ ਨਾ, ਫਿਰ ਸਤਿਗੁਰ ਜੀ ਦੀ ਇਹ ਅਵਸਥਾ ਦੀ ਇਹ ਅੰਦਰ ਬਿਰਤੀ ਕਾਇਮ ਹੋਈ ਕਿ ਪ੍ਰਭੂ ਦੀ ਕੀਮਤ ਬਿਆਨ ਨਹੀਂ ਕੀਤੀ ਜਾ ਸਕਦੀ। ਰਹਾਉ ਦੁਖ ਸੋਗ ਕਾਟਾਇਓ ਡੇਰਾ, ਆਨੰਦ ਮੰਗਲ ਬਿਸਰਾਮਾ, ਮਨ ਬਾਂਛਤ ਫਲ ਮਿਲੇ ਅਚਿੰਤਾ, ਪੂਰਨ ਹੋਏ ਕੰਮ। ਕੱਲ ਵੀ ਪੜਿਆ ਸੀ ਅਸੀਂ, ਚੇਤਾ ਕੀਤਾ ਸੀ, ਸੋਗ ਨਾ ਵਿਆਪੈ ਆਪ ਨਾ ਥਾਪੈ। ਜਿਹੜੀ ਮੈਂ ਮਿਟਾ ਦੇਗਾ ਉਹਦੀ ਚਿੰਤਾ ਖਤਮ ਹੋ ਜਾਏਗੀ। ਜਿੱਥੇ ਮੈਂ ਹੈ ਉੱਥੇ ਚਿੰਤਾ ਹੈ। ਜਿੱਥੇ ਪ੍ਰਭੂ ਜੀ ਤੂੰ ਆ ਗਿਆ, ਤੇਰਾ ਆ ਗਿਆ, ਤੁਹਾਡਾ ਆ ਗਿਆ, ਉਥੇ ਉਹ ਕਾਰਜ ਹੀ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਉਸ ਵੇਲੇ ਸਤਿਗੁਰ ਜੀ ਨੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ, ਐਨ ਠੰਡਾ ਠਾਰ ਕਰਤਾ, ਅਚਿੰਤ ਕਰਤਾ, ਅਚਿੰਤ ਵਸੈ ਮਨ ਆਏ। ਦੁਖ ਸੋਗ ਕਾ ਢਾਇਓ ਹੋ ਡੇਰਾ, ਡੇਰਾ ਲੱਗਿਆ ਹੋਇਆ ਸੀ ਅੰਦਰ ਫੁਰਨਿਆਂ ਦਾ, ਦੁੱਖਾਂ ਦਾ, ਸਭ ਢਾ ਦਿੱਤਾ। ਅਨੰਦ ਮੰਗਲ ਬਿਸ਼ਰਾਮਾ, ਇੱਥੇ ਅਨੰਦ ਹੀ ਪੜਿਓ, ਆਨੰਦ ਵੀ ਪੜਿਆ ਜਾ ਸਕਦਾ ਹੈ, ਪਰ ਇੱਥੇ ਦੋ ਭੇਦ ਨੇ, ਆਨੰਦ ਤੇ ਆਨੰਦ ਦੇ। ਇੱਕ ਆਨੰਦ ਅਸੀਂ ਪੜ੍ਹਦੇ ਹਾਂ ਨੰਨੇ ਨੂੰ ਟਿੱਪੀ ਦੇ ਨਾਲ, ਆਨੰਦ ਭਿਆ ਮੇਰੀ ਮਾਈ। ਉਸੀ ਬਾਣੀ 'ਚ ਅਸੀਂ ਇੱਕ ਆਨੰਦ ਵੀ ਪੜ੍ਹਦੇ ਹਾਂ, ਆਨੰਦ ਸੁਣੋ ਵੱਡ ਭਾਗੀ ਹੋ। ਉੱਥੇ ਟਿੱਪੀ ਨਹੀਂ ਪਈ ਹੋਈ। ਹੁਣ ਇੱਥੇ ਆਨੰਦ ਮੰਗਲ ਬਿਸ਼ਰਾਮਾ। ਹੁਣ ਇੱਥੇ ਭਾਈ ਵੀਰ ਸਿੰਘ ਇਹਨੂੰ ਅਨਹਦ ਸ਼ਬਦਾਂ ਨਾਲ ਵੀ ਜੋੜਦੇ ਆ। ਕਹਿੰਦੇ ਅੰਦਰ ਐਸੇ ਅਨਹਦ ਗੂੰਜਦੇ ਨੇ ਜਿਹੜੇ ਅੰਦਰ ਮੰਗਲ, ਮੰਗਲ ਕਹਿੰਦੇ ਖੁਸ਼ੀ ਸੁਹੇਲੇ ਦੇ ਗੀਤ ਗਾਉਂਦੇ ਆ, ਤੇ ਮਨ ਥਿਰ ਕਰ ਬੈਸੋ ਹਰ ਜਨ ਪਿਆਰੇ, ਮਨ ਵਿਸ਼ਰਾਮ ਦੇ ਵਿੱਚ ਆ ਜਾਂਦਾ। ਮਨ ਬਾਂਛਤ ਫਲ ਮਿਲੇ ਅਚਿੰਤਾ। ਦੇਖੋ ਗੁਰੂ ਅਰਜਨ ਸਾਹਿਬ ਜੀ ਨੇ ਸਾਰੇ ਸ਼ਬਦ ਸੋਰਠ ਮਹੱਲਾ ਪੰਜਵਾਂ ਦੇ ਸਾਰੇ ਸ਼ਬਦ ਚਿੰਤਾ ਰੋਗ ਦੇ ਉੱਤੇ ਲਾਏ ਹੋਏ ਨੇ। ਇਹਨਾਂ ਸ਼ਬਦਾਂ ਦੀ ਵਿਚਾਰ ਹੀ ਜੇ ਸਾਨੂੰ ਅਚਿੰਤ ਕਰਦੇ ਤੇ ਇੱਥੇ ਬੈਠਿਆ ਸਫਲ ਹੈ। ਸਤਿਗੁਰੂ ਜੀ ਕਹਿੰਦੇ ਮਨ ਦੇ ਫਲ ਮਿਲ ਜਾਣਗੇ, ਅਚਿੰਤ ਵਸ ਜਾਏਗਾ, ਪੂਰਨ ਹੋਏ ਕਾਮਾ, ਸਾਰੇ ਕਾਰਜ ਪੂਰਨ ਨੇ ਜੀ। ਇਹਾਂ ਸੁਖ ਆਗੈ ਮੁਖ ਊਜਲ, ਮਿਟ ਗਏ ਆਵਣ ਜਾਣੇ, ਨਿਰਭਉ ਪਏ ਹਿਰਦੈ ਨਾਮ ਵਸਿਆ, ਆਪਣੇ ਸਤਿਗੁਰ ਕੈ ਮਨ ਭਾਣੇ। ਇਹਾਂ ਸੁਖ ਆਗੈ ਮੁਖ ਉਜਲ, ਦਰਗਾਹ ਵਿੱਚ ਮਾਣ ਹੈ, ਮਿਟ ਗਏ ਆਵਣ ਜਾਣੇ, ਦੁੱਖ ਰੋਗ ਦਾ ਡੇਰਾ ਢਹਿ ਗਿਆ, ਨਿਰਭਉ ਪਏ ਹਿਰਦੈ ਨਾਮ ਵਸਿਆ ਹੈ। ਕੀ ਬਣੇਗਾ, ਕੀ ਹੋਏਗਾ, ਇਹ ਭਾਵ ਖਤਮ ਹੋ ਗਿਆ, ਨਿਰਭਉ ਹੋ ਗਏ, ਨਾਮ ਪ੍ਰਭੂ ਦਾ ਚੇਤਾ ਵਸਿਆ। ਆਪਣੇ ਪੜਨਾ ਇੱਥੇ ਪੱਪੇ ਨੂੰ ਔਂਕੜ ਹੈ, ਆਪਣੇ ਸਤਿਗੁਰ ਕੈ ਮਨ ਭਾਣੇ। ਜੋ ਸਤਿਗੁਰ ਨੂੰ ਪਾਉਂਦਾ ਉਹ ਸਿੱਖ ਨੂੰ ਪਾਉਂਦਾ। ਗੁਰੂ ਸਿੱਖ, ਸਿੱਖ ਗੁਰੂ ਇੱਕ ਰੂਪ ਹੋ ਗਿਆ, ਉਹਦੇ ਵਿੱਚ ਭੇਤ ਨਹੀਂ ਰਹਿ ਗਿਆ। ਜੋ ਗੁਰੂ ਨੂੰ ਪਾਇਆ ਉਹ ਸਿੱਖ ਨੂੰ ਪਾਇਆ, ਤੇ ਫਿਰ ਜਿਹੜਾ ਕੁਝ ਸਿੱਖ ਨੂੰ ਪਾਇਆ ਗੁਰੂ ਨੇ ਉਹ ਸੱਚ ਕਰਕੇ ਵਰਤਾਇਆ। ਗੁਰੂ ਅਰਜਨ ਸਾਹਿਬ ਕਹਿੰਦੇ ਇਹ ਅਵਸਥਾ ਵਰਤਦੀ ਹੈ ਜੀ। ਊਠਤ ਬੈਠਤ ਹਰ ਗੁਣ ਗਾਵੇ, ਜਪੋ ਜੀ। ਦੁਖ ਦਰਦ ਭ੍ਰਮ ਭਾਗਾ, ਕਹੋ ਨਾਨਕ ਤਾਕੇ ਪੂਰ ਕਰਮਾ, ਜਾ ਕਾ ਗੁਰ ਚਰਨੀ ਮਨ ਲਾਗਾ। ਕੱਲ ਵੀ ਚੇਤਾ ਕੀਤਾ ਪ੍ਰਮਾਣ, ਉਠਤ ਸੁਖੀਆ ਬੈਠਤ ਸੁਖੀਆ, ਭਾਉ ਨਹੀਂ ਲਾਗੈ ਜਾਂ ਐਸੇ ਬੁਝਿਆ, ਰਾਖਾ ਏਕ ਹਮਾਰਾ ਸੁਆਮੀ, ਸਗਲ ਘਟਾਕਾ ਅੰਤ। ਜੇ ਚੇਤਾ ਕਰੀਏ ਸ਼ਬਦ ਚਿੰਤਾ ਵੱਲ, ਇਸ ਤੋਂ ਉੱਤੇ ਕੀ ਹੈ ਜੀ? ਕੋਈ ਗੁਰੂ ਮੰਤਰ ਨਹੀਂ ਇਸ ਤੋਂ ਵੱਡਾ। ਚਿੰਤਾ ਹੋਏ ਤੇ ਰਾਖਾ ਏਕ ਹਮਾਰਾ ਸੁਆਮੀ, ਉਠਤ ਵੀ ਤੇ ਬੈਠਤ ਵੀ, ਹਰ ਥਾਂ ਸੁੱਤਿਆਂ ਵੀ ਤੇ ਜਾਗਦਿਆਂ ਵੀ। ਸਤਿਗੁਰੂ ਜੀ ਕਹਿੰਦੇ ਉਠਤ ਬੈਠਤ ਹਰ ਗੁਣ ਗਾਵੇ, ਦੁਖ ਦਰਦ ਭ੍ਰਮ ਭਾਗਾ, ਕਹੋ ਨਾਨਕ ਤਾਕੇ ਪੂਰ ਕਰਮਾ। ਤਾ ਪੜਨਾ, ਤਾਂ ਨਹੀਂ ਪੜਨਾ, ਤਿਸ ਦੇ ਪੂਰ ਕਰਮਾ, ਜਾ ਕਾ ਗੁਰ ਚਰਣੀ ਮਨ ਲਾਗਾ। ਪ੍ਰੋਫੈਸਰ ਸਾਹਿਬ ਸਿੰਘ ਇਹਦੇ ਅਰਥ ਕਰਦੇ ਨੇ,
ਪੂਰ ਕਰਮਾਂ ਤੋਂ ਭਾਵ ਪੂਰੇ ਕਾਰਜ ਹੋ ਗਏ ਉਹਦੇ, ਜਿਹਦਾ ਮਨ ਗੁਰੂ ਦੇ ਚਰਨਾਂ 'ਚ ਲੱਗ ਗਿਆ। ਫਰੀਦ ਕੋਟੀਆ ਵਾਲਾ ਇਹਦੇ ਅਰਥ ਕਰਦਾ ਹੈ ਪੂਰੇ ਕਰਮਾਂ ਦੇ ਨਾਲ, ਪੁਰਾਤਨ ਕਰਮਾਂ, ਪੂਰਬਲੇ ਕਰਮਾਂ ਦੇ ਨਾਲ, ਚੰਗੇ ਮਾਰਗ ਤੇ ਤੁਰਨ ਦੇ ਨਾਲ ਇਹ ਸਾਡਾ ਮਨ ਗੁਰੂ ਦੇ ਚਰਨਾਂ 'ਚ ਲੱਗਿਆ। ਇਹਨੂੰ ਕਿਸੇ ਵੀ ਭੇਦ 'ਚ ਅਰਥ ਕਰ ਲਿਆ ਜਾਏ, ਬਾਣੀ ਬਹੁਤ ਅਸੀਮ ਹੈ, ਕੋਈ ਦਾਵਾ ਨਹੀਂ ਹੈ ਇਹਨੂੰ। ਵੈਸੇ ਪੂਰ ਕਰਮਾ ਜਿਹੜਾ ਹੈ ਨਾ, ਪੂਰ ਕਰਮਾਂ ਦਾ ਭਾਵ ਇਹ ਨਹੀਂ ਕਿ ਜਿਹੜੇ ਸਾਡੇ 100 ਸਾਲ ਪੁਰਾਣੇ ਹੈ, ਜਿਹੜੇ ਅਸੀਂ ਕੱਲ੍ਹ ਵੀ ਕਰਦੇ ਆ ਰਹੇ ਹਾਂ, ਹੁਣ ਇਹ ਘੰਟੇ ਪਹਿਲਾਂ, 1 ਮਿੰਟ ਪਹਿਲਾਂ ਵੀ ਕੀਤਾ ਹੋਇਆ ਕਰਮ ਜਿਹੜਾ ਨਿਕਲਿਆ ਉਹ ਵੀ ਪੂਰ ਕਰਮਾ ਹੈ। ਜੇ ਉਹ ਸਾਡਾ ਬਿਲਕੁਲ ਸੁਹਿਰਦ ਦਾ ਸੁਚੱਜਾ ਹੋ ਗਿਆ ਨਾ, ਸਤਿਗੁਰੂ ਜੀ ਕਹਿੰਦੇ ਨਾਮ ਦੇ ਵਿੱਚ ਬੜਾ ਛੇਤੀ ਮਨ ਜੁੜੇਗਾ। ਇਸ ਕਰਕੇ ਅਸੀਂ ਤਮੋ ਗੁਣੀ ਅਵਸਥਾ ਨੂੰ ਕੱਟ ਕੇ ਸਤੋ ਗੁਣੀ ਅਵਸਥਾ ਵੱਲ ਤੁਰੀਏ ਜੀ। ਸੋਰਠ ਮਹਿਲਾ ਪੰਜਵਾਂ, ਰਤਨ ਛਾੜ ਕੌਡੀ ਸੰਗ ਲਾਗੇ, ਜਾਤੇ ਕਛੂ ਨਾ ਪਾਈਐ, ਪੂਰਨ ਪਾਰ ਬ੍ਰਹਮ ਪਰਮੇਸ਼ਰ, ਮੇਰੇ ਮਨ ਸਦਾ ਧਿਆਈਐ। ਸੋਰਠ ਮਹੱਲਾ ਪੰਜਵਾਂ। ਰਤਨ ਕੀ ਸੀ ਜੀ? ਸੰਗਤ। ਰਤਨ ਸੀ ਨਾਮ, ਰਤਨ ਸੀ ਜੀਵਨ, ਰਤਨ ਸੀ ਸਵਾਸ। ਬੜੇ ਉਦਾਹਰਣ ਨੇ। ਮਹਾਰਾਜ ਨੇ ਰਤਨ ਨਾਮ ਨੂੰ ਆਖਿਆ, ਜੀਵਨ ਨੂੰ ਆਖਿਆ, ਸਵਾਸਾਂ ਨੂੰ ਆਖਿਆ, ਜ਼ਿੰਦਗੀ ਨੂੰ ਆਖਿਆ। ਰਤਨ ਇੱਥੋਂ ਤੱਕ ਇਸ ਸੰਸਾਰ ਨੂੰ ਵੀ ਰਤਨ ਆਖਿਆ। ਮਹਾਰਾਜ ਜੀ ਨੇ ਇੱਥੋਂ ਤੱਕ ਕਿਹਾ ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਇਹ ਪ੍ਰਭੂ ਦਾ ਹੀ ਰੂਪ ਹੈ। ਇਹਦੇ ਵਿੱਚ ਰਤਨ ਵਸ ਰਿਹਾ। ਅਸੀਂ ਪੜ੍ਹਦੇ ਹਾਂ ਰੈਣ ਗਵਾਈ ਸੋਇ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਰਤਨ ਹੈ ਕੌਡੀ ਬਦਲੇ ਜਾਏ। ਹੀਰੇ ਜੈਸਾ ਸੀ ਇਹ ਜੀਵਨ, ਰਤਨ ਸੀ, ਹੁਣ ਇਹਦਾ ਕੌਡੀ ਵਰਗਾ ਕਰ ਦਿੱਤਾ। ਰਤਨ ਛਾੜ ਕੌਡੀ ਸੰਗ ਲਾਗੇ। ਕੌਡੀ ਹੈ ਜੀ ਪੈਸੇ, ਮਾਇਆ। ਕੱਲੀ ਮਾਇਆ ਦੀ ਹਾਹਾਕਾਰ ਮਨੁੱਖ ਨੂੰ ਬੜਾ ਕੁਰੁਖਤ ਕਰ ਦਿੰਦੀ ਹੈ, ਸਖਤ ਕਰ ਦਿੰਦੀ ਹੈ, ਲਾਲਚੀ ਬਣਾ ਦਿੰਦੀ ਹੈ, ਕਿਰਪਨ ਕਠੋਰ ਬਣਾ ਦਿੰਦੀ ਹੈ। ਜਾਤੇ ਕਛੂ ਨਾ ਪਾਈ ਹੈ, ਉਹਦੇ ਵਿੱਚੋਂ ਕੁਛ ਮਿਲਦਾ ਨਹੀਂ ਹੈ। ਉਹਦੇ ਵਿੱਚੋਂ ਸਿਰਫ ਬਹੁਤ ਇੱਕ ਖੜੋਤ, ਇੱਕ ਜ਼ਿੰਦਗੀ ਦੇ ਬੇਅਰਥੀ, ਬੇਲੋੜੀ ਐਸੀ ਵੇਗ ਤੁਰਦੀ ਹੈ ਨਾ, ਜਿਹਨੂੰ ਕਈ ਵਿਦਵਾਨ ਤੇ ਇਹ ਕਹਿੰਦੇ ਆ ਕਿ ਕੱਲੀ ਮਾਇਆ ਦੇ ਵਿੱਚ ਜ਼ਿੰਦਗੀ ਜਿਉਣ ਵਾਲਾ ਮਨੁੱਖ ਅਸਲ ਦੇ ਵਿੱਚ ਮੁਸ਼ਕ ਮਾਰਦਾ ਹੈ। ਉਹਦੀ ਜ਼ਿੰਦਗੀ ਮੁਸ਼ਕ ਮਾਰਦੀ ਹੈ ਕਿਉਂਕਿ ਖੜੋਤ ਹੈ, ਜੀਵਨ 'ਚ ਰਹੁ ਰੀਤ ਨਹੀਂ ਹੈ। ਇੱਕੋ ਹੀ ਕਰਮ, ਇੱਕੋ ਹੀ ਚੀਜ਼ ਦਾ ਚਿੰਤਨ ਕਿ ਇਹ ਕਿੱਥੋਂ ਵਧੇ ਤੇ ਕਿੱਥੋਂ ਆਏ। ਤੇ ਉਹਦੇ ਲਈ ਕਿਸੇ ਵੀ ਤਰ੍ਹਾਂ ਦੇ ਪਾਪ ਕਰਨ ਲਈ ਮਨੁੱਖ ਤਿਆਰ ਹੋ ਜਾਂਦਾ ਹੈ, ਕਿਉਂਕਿ ਨਕਟੀ ਹੈ ਨਾ, ਨਕਟੀ ਕੋ ਠੰਗਨ ਬਾਡਾ ਡੂ। ਨੱਕ ਦੀ ਕਟੀ ਹੋਈ ਜਿਹੜੀ ਹੈ ਉਹਨੂੰ ਫਿਰ ਇੱਜ਼ਤ ਸਤਿਕਾਰ ਦਾ ਨਹੀਂ, ਉਹ ਤੇ ਮਾਂ ਪਿਓ ਨੂੰ ਵੀ ਘਰੋਂ ਬਾਹਰ 'ਚ ਸੱਟ ਆਉਂਦਾ, ਉਹਨੂੰ ਨਹੀਂ ਪਤਾ ਹੁੰਦਾ। ਸਤਿਗੁਰੂ ਜੀ ਕਹਿੰਦੇ ਇਹ ਐਸਾ ਕੌਡੀ ਵਰਗਾ ਕਰ ਦਿੰਦੀ ਹੈ। ਪੂਰਨ ਪਾਰ ਬ੍ਰਹਮ ਪਰਮੇਸ਼ਰ, ਸੱਸੇ ਨੂੰ ਔਂਕੜ ਹੈ, ਮੇਰੇ ਮਨ ਸਦਾ ਧਿਆਈ ਹੈ। ਜਿਹੜਾ ਸਦਾ ਰਹਿਣ ਵਾਲਾ ਹੈ, ਜਿਹੜਾ ਸੁਖ ਦੇਣ ਵਾਲਾ ਹੈ, ਉਹਨੂੰ ਕਿਉਂ ਨਹੀਂ ਧਿਆਉਂਦਾ ਤੂੰ ਜੀ? ਸਿਮਰੋ ਹਰ ਹਰ ਨਾਮ ਪ੍ਰਾਨੀ, ਬਿਨ ਸੈ ਕਾਚੀ ਦੇਹ ਅਗਿਆਨੀ ਰਹਾਉ। ਉਸ ਪ੍ਰਭੂ ਦਾ ਨਾਮ ਵੀ ਚੇਤਾ ਕਰ ਜਿੱਥੇ ਸਾਰਾ ਕੁਛ ਹੈ, ਹਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚ ਹੋਵੇ ਮੁਕਤ। ਉਦਮ ਕਰਿੰਦਿਆਂ ਜਿਉ ਤੂੰ, ਕਮਾਵੰਦਿਆਂ ਸੁਖ ਪੁੰਚ, ਧਿਆਉਂਦਿਆਂ ਤੂੰ ਪ੍ਰਭੂ ਮੇਲ, ਨਾਨਕ ਉਤਰੀ ਚਿੰਤ। ਇਹ ਸਾਰੇ ਕਾਰਜ ਨਾ ਕਰ ਕਿਉਂਕਿ ਬਿਨਸੈ ਕਾਚੀ ਦੇਹ ਅਗਿਆਨੀ, ਇਹ ਦੇ ਕੱਚੀ ਹੈ, ਇੱਕ ਦਿਨ ਇਹਨੇ ਬਿਨਸ ਜਾਣਾ ਹੈ ਰਹਾਉ। ਮ੍ਰਿਗ ਤ੍ਰਿਸ਼ਨਾ ਅਰ ਸੁਪਨ ਮਨੋਰਥ, ਤਾਕੀ ਕਛ ਨਾ ਵਡਾਈ, ਰਾਮ ਭਜਨ ਬਿਨ ਕਾਮ ਨਾ ਆਵਸ, ਸੰਗ ਨਾ ਕਾਹੂ ਜਾਈ। ਮ੍ਰਿਗ ਤ੍ਰਿਸ਼ਨਾ ਹਿਰਨ ਵੇਖਦਾ, ਇਲਿਊਸ਼ਨਰੀ, ਉਹਨੂੰ ਪਾਣੀ ਦਿਸਦਾ, ਭਜਿਆ ਜਾਂਦਾ ਤੇ ਅੱਗੇ ਧੁੱਪ ਹੀ ਹੁੰਦੀ ਹੈ। ਸੁਪਨ ਮਨੋਰਥ ਦੋ ਹੈਗੇ ਜੀ। ਮ੍ਰਿਗ ਤ੍ਰਿਸ਼ਨਾ ਬਾਹਰ ਦਾ ਉਦਾਹਰਣ, ਸੁਪਨ ਮਨੋਰਥ ਮਨੁੱਖਾਂ ਦਾ ਉਦਾਹਰਣ। ਸਾਡੇ ਅੰਦਰ ਦੇ ਜਿਹੜੇ ਵਲੇਵੇ ਹੈਗੇ ਨਾ, ਜਿਹੜੇ ਸੁਪਨੇ ਹੀ ਨੇ ਬਸ, ਜਿਹੜੇ ਇਸ ਰੂਪ 'ਚ ਬੰਦਾ ਦੋ ਕਾਰਜ ਕਰ ਸਕਦਾ, ਜਾਂ ਤਾਂ ਅੰਮ੍ਰਿਤ ਵੇਲੇ ਸੌਂ ਕੇ ਉਹ ਸੁਪਨੇ ਵੇਖ ਸਕਦਾ, ਜਾਂ ਉਦਮ ਕਰਕੇ ਉੱਠ ਕੇ ਉਹਨਾਂ ਸੁਪਨਿਆਂ ਨੂੰ ਸੱਚ ਕਰ ਸਕਦਾ। ਜੇ ਇਕੱਲਾ ਸੁਪਨਾ ਹੀ ਹੈ ਜ਼ਿੰਦਗੀ 'ਚ, ਉਹ ਫਿਰ ਮਨੋਰਥ ਪੂਰਨ ਨਹੀਂ ਹੋਣ ਵਾਲਾ। ਜਾਂ ਉਹਨੂੰ ਪੂਰਾ ਕਰਕੇ ਦਿਖਾਏ, ਉਹ ਮ੍ਰਿਗ ਤ੍ਰਿਸ਼ਨਾ ਦੀ ਤਰ੍ਹਾਂ ਹੁਣੇ ਮਿਲੇਗਾ, ਹੁਣੇ ਮਿਲੇਗਾ, ਹੁਣੇ, ਐਵੇਂ ਨਹੀਂ ਮਿਲੇਗਾ। ਸਤਿਗੁਰੂ ਜੀ ਕਹਿੰਦੇ ਕੱਲੀ ਤ੍ਰਿਸ਼ਨਾ ਦੇ ਵਿੱਚ ਜੀਵੀ ਹੋਈ ਜ਼ਿੰਦਗੀ ਕੁਛ ਨਹੀਂ ਦਿਲਾ ਸਕਦੀ।
ਮ੍ਰਿਗ ਤ੍ਰਿਸ਼ਨਾ ਅਰ ਸੁਪਨ ਮਨੋਰਥ ਤਾਕੀ ਕਛ ਨਾ ਛਡਾਈ ਵਡਾਈ, ਕੋਈ ਵਡਿਆਈ ਨਹੀਂ ਦੇਣ ਵਾਲੀ। ਰਾਮ ਭਜਨ ਬਿਨ ਕਾਮਨਾ ਆਵਸ। ਰਾਮ ਦਾ ਭਜਨ, ਪ੍ਰਭੂ ਦਾ ਭਜਨ ਇੱਕ ਵੇਗ ਦਿੰਦਾ ਜ਼ਿੰਦਗੀ ਦੀ, ਜ਼ਿੰਦਗੀ ਨੂੰ ਇੱਕ ਨੇਮ ਦਿੰਦਾ, ਇੱਕ ਏਮ ਦਿੰਦਾ। ਪ੍ਰਭੂ ਦੀ ਬੰਦਗੀ ਜ਼ਿੰਦਗੀ ਦੇ ਨਾਲ ਜੋੜਨਾ, ਕੁਦਰਤ ਨਾਲ ਜੋੜਨਾ ਸਿਖਾਉਂਦੀ ਹੈ। ਸਤਿਗੁਰੂ ਜੀ ਕਹਿੰਦੇ ਰਾਮ ਭਜਨ ਬਿਨ ਕਾਮ ਨਾ ਆਵਸ, ਸੰਗ ਨਾ ਕਾਹੂ ਜਾਈ। ਇਹ ਮਾਇਆ ਦਾ ਇੱਕ ਕੋਡੀ, ਇੱਕ ਸੂਈ ਵੀ ਧਾਗੇ ਦੀ, ਉਹ ਵੀ ਨਾਲ ਜਾਣ ਵਾਲੀ ਨਹੀਂ ਹੈ ਜੀ। ਹਉ ਹਉ ਕਰਤ ਵਿਹਾਏ ਅਵਰਦਾ, ਜੀ ਕੋ ਕਾਮ ਨਾ ਕੀਨਾ। ਤਾਵਤ ਤਾਵਤ ਨਹਿ ਤ੍ਰਿਪਤਾਸਿਆ, ਰਾਮ ਨਾਮ ਨਹੀਂ ਚੀਨਾ। ਹਾਹੋਂ ਕਰਤ ਬਿਹਾਏ ਅਵਰਦਾ, ਅਵਧ ਜ਼ਿੰਦਗੀ, ਸਾਰੀ ਜ਼ਿੰਦਗੀ ਉੱਥੋਂ ਅਵਰਦਾ ਬਣਿਆ। ਜੀ ਕੋ ਕਾਮ ਨਾ ਕੀਨਾ, ਜਿਹੜਾ ਕੰਮ ਸੀ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਉਹ ਨਹੀਂ ਕੀਤਾ। ਧਾਵਤ ਧਾਵਤ ਨਹਿ ਤ੍ਰਿਪਤਾਸਿਆ, ਮਾਇਆ ਦੀ ਭੁੱਖ ਜਿੰਨਾ ਮਰਜ਼ੀ ਧਾਲੋ। ਕਹਿੰਦੇ ਜਿਹੜਾ ਬੰਦਾ ਲਾਹੌਰ 'ਚ ਪਾਪੀ ਆ ਤੇ ਉਹ ਪਿਸ਼ੌਰ 'ਚ ਵੀ ਪਾਪੀ ਹੈ। ਜਿੱਥੇ ਮਰਜ਼ੀ ਧਾਲੇ, ਜਿੱਥੇ ਜਾਏਗਾ ਉੱਥੇ ਉਹਨੇ ਪਾਪ ਹੀ ਕਰਨਾ। ਜੇ ਲਾਹੌਰ 'ਚ ਵੀ ਉਹੋ ਜਿਹਾ ਤੇ ਪਿਸ਼ੌਰ 'ਚ ਵੀ ਉਹੋ ਜਿਹਾ, ਉਹਦੇ ਵਿੱਚ ਕੋਈ ਫਰਕ ਨਹੀਂ। ਜੇ ਇੱਥੇ ਵੀ ਧਾਰਿਆ ਇੱਥੇ ਵੀ ਪਾਪ ਹੈ, ਜੇ ਬੰਦਾ ਕਹੇ ਉੱਧਰ ਜਾ ਕੇ ਮੈਂ ਠੀਕ ਹੋ ਜਾਵਾਂਗਾ, ਸਤਿਗੁਰੂ ਜੀ ਕਹਿੰਦੇ ਜਿੱਥੇ ਮਰਜ਼ੀ ਚਲਾ ਜਾਏ, ਇਹ ਮਾਇਆ ਪਾਪ ਕਮਾਏਗੀ ਤੇ ਪਾਪ ਹੀ ਲੈ ਕੇ ਆਏਗੀ। ਤ੍ਰਿਸ਼ਨਾ ਕਦੀ ਨਹੀਂ ਪੁੱਜੇਗੀ। ਰਾਮ ਨਾਮ ਨਹੀਂ ਚੀਨਾ, ਪ੍ਰਭੂ ਦੇ ਦਰ ਦੇ ਉਹ ਦਰਸ਼ਨ ਨਹੀਂ ਕਰੇਗਾ ਜੀ। ਸਾਧ ਵਿਕਾਰ ਬਿਖੈ ਰਸ ਮਾਤੋ, ਅਸੰਕ ਖਤੇ ਕਰ ਫੇਰੇ। ਨਾਨਕ ਕੀ ਪ੍ਰਭ ਪਾਹੇ ਬਿਨੰਤੀ, ਕਾਟੋ ਅਵਗੁਣ ਮੇਰੇ। ਸਾਧ ਵਿਕਾਰ ਬਿਖੈ ਰਸ ਮਾਤੋ, ਬਿਖੈ ਰਸ ਦੇ ਵਿੱਚ ਮੱਤੇ ਪਏ ਆ। ਅੱਖਾਂ ਤੋਂ ਵੇਖਣਾ, ਕੰਨਾਂ ਤੋਂ ਸੁਣਨਾ, ਜ਼ੁਬਾਨ ਤੋਂ ਨਿੰਦਾ ਚੁਗਲੀ, ਸਾਰੇ ਬਿਖੈ ਰਸ ਨੇ। ਅਸੰਖ ਖਤੇ, ਖੱਤੇ ਨਹੀਂ ਪੜਨਾ, ਖਤੇ ਕਰ ਫੇਰੇ, ਜਿਵੇਂ ਭਾਈ ਸਾਹਿਬ ਨੇ ਉਚਾਰਨ ਕੀਤਾ ਹੈ ਜੀ। ਅਸੀਂ ਖਤੇ ਬਹੁਤ ਕਮਾਵੰਦੇ, ਅੰਤ ਨਾ ਪਾਰਾਵਾਰ। ਕੋਈ ਨਹੀਂ ਬਚਾ ਸਕਦਾ। ਬਾਰੰਬਾਰ ਫੇਰਾ ਹੈ ਜੀ ਮਾਇਆ ਦਾ, ਜਨਮ ਮਰਨ ਦਾ। ਨਾਨਕ ਕੀ ਪ੍ਰਭ ਪਾਹੇ ਬੇਨੰਤੀ, ਕਾਟੋ ਹੋ ਅਵਗੁਣ ਮੇਰੇ। ਮੇਰੀ ਪ੍ਰਭੂ ਹੈ ਪ੍ਰਭੂ ਜੀ, ਸੁਣੀ ਅਰਦਾਸ ਸੁਆਮੀ ਮੇਰੇ। ਸਰਬ ਕਲਾ ਬਣਿਆਈ, ਪ੍ਰਗਟ ਭਈ ਸਗਲੇ ਜੁਗ ਅੰਤਰ। ਗੁਰੂ ਨਾਨਕ ਕੀ ਵਡਿਆਈ। ਆ ਵਡਿਆਈ ਪ੍ਰਭੂ ਜੀ, ਮੇਰੇ ਅਵਗੁਣਾਂ ਨੂੰ ਕੱਟੋ ਜੀ। ਸੂਰਠ ਮਹਿਲਾ ਪੰਜਵਾ, ਗੁਣ ਗਾਵੋ ਪੂਰਨ ਅਬਿਨਾਸੀ। ਕਾਮ ਕ੍ਰੋਧ ਬਿਖ ਜਾਰੇ, ਮਹਾ ਬਿਖਮ ਅਗਨ ਕੋ ਸਾਗਰ। ਸਾਧੂ ਸੰਗ ਉਧਾਰੇ। ਸੋਰਠ ਮਹੱਲਾ ਪੰਜਵਾਂ। ਗੁਣ ਗਾਵੋ ਪੂਰਨ ਅਬਿਨਾਸੀ, ਪੂਰੇ ਗੁਰੂ ਦੇ ਗੁਣ ਗਾਓ। ਅਬਿਨਾਸ਼ੀ ਜਿਹਦਾ ਨਾਸ਼ ਨਹੀਂ ਹੁੰਦਾ ਕਦੀ, ਕਿਉਂਕਿ ਸਰੀਰ ਦਾ ਨਾਸ਼ ਹੋ ਜਾਣਾ ਹੈ। ਪਰ ਜੇ ਅਬਿਨਾਸ਼ੀ ਨੂੰ ਸਰੀਰ ਚੇਤਾ ਕਰੇਗਾ ਤੇ ਇਹ ਸਰੀਰ ਨਾਸ਼ ਹੋ ਕੇ ਵੀ ਸਾਰਿਆਂ ਦੇ ਵਿੱਚ ਚੇਤੇ ਰੂਪ 'ਚ ਰਹੇਗਾ। ਬੰਦਗੀ ਵਾਲੇ ਅੱਜ ਚੇਤੇ ਨੇ ਜੀ ਸਾਰੇ। ਸਰੀਰ ਉਹਨਾਂ ਦਾ ਭਾਵੇਂ ਨਹੀਂ ਹੈ, ਪਰ ਉਹਨਾਂ ਨੇ ਅਬਿਨਾਸ਼ੀ ਨੂੰ ਧਿਆਇਆ। ਉਹਨਾਂ ਦੇ ਚਿੰਤਨ ਦਾ, ਉਹਨਾਂ ਦੇ ਸੁਪਨਿਆਂ ਨੂੰ ਕੋਈ ਨਾਸ਼ ਨਹੀਂ ਕਰ ਸਕਿਆ। ਉਹਨਾਂ ਦੇ ਸੁਪਨੇ ਟਰੈਵਲ ਕਰਦੇ ਨੇ, ਉਹਨਾਂ ਦੇ ਡ੍ਰੀਮਸ ਟਰੈਵਲ ਕਰਦੇ ਨੇ, ਕਿਉਂਕਿ ਉਹਨਾਂ ਨੇ ਅਬਿਨਾਸ਼ੀ ਨੂੰ ਧਿਆਇਆ। ਉਹਨਾਂ ਦਾ ਚਿੰਤਨ ਵੀ ਅਬਿਨਾਸ਼ੀ ਹੋਇਆ, ਉਹਨਾਂ ਦੀ ਸੋਚ ਵੀ ਅਬਿਨਾਸ਼ੀ। ਹਾਂ, ਕੋਈ ਉਸ ਪਲੈਟਫਾਰਮ ਤੱਕ ਸੋਚੇਗਾ। ਇਸ ਆਬਾ ਮੰਡਲ ਦੇ ਵਿੱਚ ਉਹਨਾਂ ਦੇ ਸੁਪਨੇ ਨੇ ਜੀ। ਇਸ ਆਬਾ ਮੰਡਲ ਦੇ ਵਿੱਚ ਉਹਨਾਂ ਦੀ ਸੋਚੀ ਹੋਈ ਸੋਚਣੀ ਹੈ। ਕੋਈ ਵੀ ਉਸ ਸੁਰਤ ਤੱਕ, ਉਸ ਫ੍ਰੀਕੁਐਂਸੀ ਤੱਕ ਪਹੁੰਚੇਗਾ, ਉਹਨਾਂ ਰੂਹਾਂ ਦੇ ਸੁਪਨਿਆਂ ਨੂੰ ਉਹ ਪਕੜ ਲੇਗਾ ਤੇ ਇੱਥੇ ਇੰਪਲੀਮੈਂਟ ਕਰ ਦੇਗਾ। ਇਹੀ ਅੱਜ ਕੁਛ ਹੋ ਰਿਹਾ। ਤਾਈਓ ਅੱਜ ਸਾਡੇ ਵਿਦਿਅਕ ਅਦਾਰਿਆਂ ਦੇ ਵਿੱਚ, ਯੂਨੀਵਰਸਿਟੀਆਂ ਦੇ ਵਿੱਚ ਇੱਕ ਘਾਟ ਹੈ। ਅਸੀਂ ਕਾਮਰੇਡ ਤੇ ਬਣਾਈ ਜਾ ਰਹੇ ਹਾਂ ਆਉਣ ਵਾਲੇ ਸਕਾਲਰਸ ਨੂੰ, ਪਰ ਬੰਦਗੀ ਇਬਾਦਤ ਨਹੀਂ ਦੇ ਪਾ ਰਹੇ। ਕਿੱਥੇ ਕੋਈ ਕਲਾਸਰੂਮ 'ਚ ਕੋਈ ਨਹੀਂ ਕਹਿੰਦਾ ਕਿ ਅਸੀਂ ਇੱਕ ਧਿਆਨ ਦਾ, ਇੱਕ ਮੈਡੀਟੇਸ਼ਨ ਦਾ, ਇੱਕ ਸਿਮਰਨ ਦਾ ਸੈਸ਼ਨ ਕਰੀਏ। ਅਸੀਂ ਨਾਸਤਕ ਤੇ ਬਣਾ ਰਹੇ ਹਾਂ, ਪਰ ਨਾਸਤਕਤਾ ਇਹ ਆਬਾ ਮੰਡਲ ਨੂੰ ਕਿਵੇਂ, ਇਹ ਮੈਟਾਫਿਜ਼ੀਕਲ ਵਰਡ ਹੈ, ਇੱਥੇ ਤੱਕ ਸੁਰਤ ਕਿਵੇਂ? ਇਹ ਸਾਡੀਆਂ ਅੱਜ ਘਾਟ ਰਹਿ ਗਈਆਂ। ਤਾਈਓ ਅੱਜ ਭਾਈ ਵੀਰ ਸਿੰਘ ਵਰਗੇ ਕੋਈ ਪੈਦਾ ਨਹੀਂ ਕਰ ਸਕਿਆ ਸੀ, ਕੋਈ ਪ੍ਰੋਫੈਸਰ ਪੂਰਨ ਸਿੰਘ ਵਰਗਾ ਨਹੀਂ ਆਇਆ ਸਾਡੇ ਵਿੱਚ, ਕੋਈ ਸਰਦਾਰ ਕਪੂਰ ਸਿੰਘ ਵਰਗਾ ਅਸੀਂ ਕਹੀਏ ਇੱਕ ਹੋਰ ਆਏ, ਜਾਂ ਗਿਆਨੀ ਦਿੱਤ ਸਿੰਘ ਵਰਗੇ ਅਲੋਪ ਹੀ ਹੋ ਗਏ। ਕਾਨ ਸਿੰਘ ਨਾਭਾ ਵਰਗਾ ਕੋਈ ਦੂਜਾ ਆਪਣੇ ਆਪ ਦੇ ਵਿੱਚ ਆਈ। ਐਸੀ ਕੋਈ ਕੁੱਖ ਹੀ ਨਹੀਂ ਤਿਆਰ ਹੋ ਰਹੀ ਕਿ ਜਿਹਦੇ ਵਿੱਚੋਂ ਐਸੀ ਰੂਹ ਪ੍ਰਗਟ ਹੋ। ਇਹ ਅੱਜ ਦੀ ਜਿਹੜੀ ਫੰਡਾਮੈਂਟਲਿਜ਼ਮ ਸੋਸਾਇਟੀ ਹੈ ਨਾ, ਅੱਜ ਜਿਹੜਾ ਫੈਨੇਟਿਸਿਜ਼ਮ ਹੈ, ਜਿਹੜਾ ਅੱਜ ਮੈਟਰੀਅਲਿਸਟਿਕ ਵਰਡ ਹੈ, ਇਹ ਬਹੁਤ ਖਤਰਨਾਕ ਹੈ। ਇਹ ਬਹੁਤ ਖਤਰਨਾਕ ਹੈ। ਜਿਹੜੀ ਕੌਮ ਚਿੰਤਨ ਉੱਤੇ ਟਿਕੀ ਹੋਈ ਹੈ, ਚਿੰਤਨ ਹੀ ਹੈ ਜੀ ਇਹ ਸਾਰਾ, ਇਹ ਸਾਰੀ ਅਕੈਡਮਿਕਸ ਹੈ ਜਿਹੜੀ ਅਸੀਂ ਪੜ੍ਹ ਰਹੇ ਹਾਂ।
ਇਹ ਅਧਿਆਤਮਕਤਾ ਹੈ ਲਫ਼ਜ਼ਾਂ ਦੇ ਵਿੱਚ, ਇਹ ਗਿਆਨ ਮੰਡਲ ਦਾ ਧਰਮ ਹੈ। ਉਹਦੇ ਲਈ ਬੜਾ ਖਤਰਾ ਹੈ ਜੀ ਇਹ, ਜੇ ਚੀਜ਼ਾਂ ਖਤਮ ਹੋ ਜਾਣਗੀਆਂ। ਕਿਉਂਕਿ ਸਾਡੀ ਤੇ ਤਿੰਨ ਸ਼ਬਦ ਸੁਰਤ ਕੀ ਨੀਂਵ ਰਖਾਈ। ਗੁਰੂ ਅੰਗਦ ਸਾਹਿਬ ਜੀ ਬਾਬਤ ਇਹ ਲਫ਼ਜ਼ ਜਿਹੜਾ ਪੜ੍ਹਿਆ ਨਾ, ਸ਼ਬਦ ਸੁਰਤ ਕੀ ਨੀਂਵ ਰਖਾਈ। ਨਾ ਸ਼ਬਦ ਰਹਿਣਾ ਤੇ ਨਾ ਸੁਰਤ ਰਹਿਣੀ। ਜੇ ਨੀਂਵ ਹੀ ਨਹੀਂ ਰਹੀ ਤੇ ਫਿਰ ਖੜੇ ਕਿੱਥੇ ਹੋਵਾਂਗੇ। ਬਸ ਇੱਕ ਇਸ਼ਾਰਾ ਹੈ, ਇਸ ਗੱਲ ਨੂੰ ਚਿੰਤਨ ਕਰੀਏ। ਸਾਹਿਬ ਜੀ ਇਹੀ ਕਹਿੰਦੇ ਜੀ, ਕਹਿੰਦੇ ਉਸ ਪ੍ਰਭੂ ਅਬਨਾਸ਼ੀ ਦੇ ਜਿਹੜੇ ਗੁਣ ਗਾਉਂਦਾ, ਕਾਮ ਕ੍ਰੋਧ ਬਿਖ ਜਾਰੇ, ਉਹਦੇ ਸੜ ਜਾਂਦੇ ਸਾਰੇ। ਮਹਾ ਬਿਖਮ ਅਗਨ ਕੋ ਸਾਗਰ, ਸਾਧੂ ਸੰਗ ਉਧਾਰੇ। ਆ ਜਿਹੜਾ ਪਾਵਕ ਸਾਗਰ ਅਥਾ ਲਹਿਰ ਮੇ ਤਾਰੋ, ਤਾਰਨ ਹਾਰੇ। ਅਗਨ ਸਾਗਰ ਹੈ, ਇਹ ਸਾਧ ਸੰਗਤ ਦਾ ਸੰਗ ਬਚਾ ਸਕਦਾ ਹੈ ਜੀ। ਪੂਰੇ ਗੁਰ ਮੇਟਿਓ ਭਰਮ ਅੰਧੇਰਾ, ਭਜ ਪ੍ਰੇਮ ਭਗਤ ਪ੍ਰਭ ਨੀਰਾ ਰਹਾਉ। ਪੂਰੇ ਗੁਰ ਮੇਟਿਓ ਭਰਮ ਅੰਧੇਰਾ, ਪੂਰੇ ਗੁਰੂ ਨੇ ਅੰਦਰ ਦਾ ਹਨੇਰਾ ਕੱਟ ਦਿੱਤਾ। ਭਜ ਪ੍ਰੇਮ ਭਗਤ ਪ੍ਰਭ ਨੇਰਾ, ਸਾਚ ਕਹੂੰ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ, ਤਿਨ ਹੀ ਪ੍ਰਭ ਪਾਇਓ। ਭਜਣਾ ਪਏਗਾ ਪਰ ਪ੍ਰੇਮ ਨਾਲ, ਜਿਹੜਾ ਭਜੇਗਾ ਉਹਦਾ ਹਨੇਰਾ ਕੱਟੇਗਾ ਜੀ। ਰਹਾਉ ਹਰ ਹਰ ਨਾਮ ਨਿਧਾਨ ਰਸ ਪੀਆ, ਮਨ ਤਨ ਰਹੇ ਅਕਾਈ। ਜਤ ਕਤ ਪੂਰ ਰਹਿਓ ਪਰਮੇਸ਼ਰ, ਕਤ ਆਵੈ ਕਤ ਜਾਈ। ਜਿਨੇ ਹਰ ਹਰ ਨਾਮ ਨਿਧਾਨ ਰਸ ਪੀਆ, ਮਨ ਤਨ ਰਹੇ ਅਗਾਈ। ਰਚ ਗਏ, ਤ੍ਰਿਪਤ ਗਏ, ਠੰਡ ਹੋ ਗਈ, ਥਿਰ ਹੋ ਗਏ ਉਹਨਾਂ ਦੇ ਮਨ। ਜਤ ਕਤ ਪੂਰ ਰਹਿਓ ਪਰਮੇਸ਼ਰ, ਕਤ ਆਵੈ ਕਤ ਜਾਈ। ਜਿੰਨਾ ਚਿਰ ਤੱਕ ਪੂਰਨ ਪਰਮੇਸ਼ਵਰ ਉਹਨਾਂ ਦੇ ਹਿਰਦੇ 'ਚ ਵਸਿਆ, ਕਤ ਆਵੈ ਕਤ ਜਾਈ, ਭਾਵ ਉਹ ਕਦ ਆਉਂਦੇ ਨੇ ਤੇ ਕਦ ਜਾਉਂਦੇ ਨੇ। ਇਹਦਾ ਮਤਲਬ ਉਹਨਾਂ ਦਾ ਜਨਮ ਮਰਨ ਬਿਲਕੁਲ ਕਟਿਆ ਜਾਂਦਾ, ਨਾ ਉਹ ਆਉਂਦੇ ਨੇ ਨਾ ਉਹ ਜਾਂਦੇ ਨੇ ਜੀ। ਜਪ ਤਪ ਸੰਜਮ ਗਿਆਨ ਤਤ ਬੇਤਾ, ਜਿਸ ਮਨ ਵਸੈ ਗੋਪਾਲਾ। ਨਾਮ ਰਤਨ ਜਿਨ ਗੁਰਮੁਖ ਪਾਇਆ, ਤਾਕੀ ਪੂਰਨ ਕਾਲਾ। ਗੋਪਾਲਾ, ਇਹਨੂੰ ਗੋਪਾਲਾ ਪੜ੍ਹਨਾ, ਗੱਗੇ ਨੂੰ ਔਂਕੜ ਦੇ ਨਾਲ। ਸਾਡਾ ਹਾਲ ਇਹ ਹੈ, ਜਪ ਤਪ ਸੰਜਮ ਧਰਮ ਨਾ ਜਾਣਾ। ਕਹਿੰਦੇ ਅਸੀਂ ਨਹੀਂ ਕੀਤਾ। ਨਾਮ ਨਾ ਜਪੀ ਪ੍ਰਭ ਤੇਰਾ, ਇਹ ਨਹੀਂ ਕੀਤਾ। ਜਪ ਤਪ ਸੰਜਮ ਕਰਮ ਨਾ ਜਾਣਾ, ਨਾਮ ਜਪੀ ਪ੍ਰਭ ਤੇਰਾ, ਇਹ ਨਹੀਂ ਕੀਤਾ ਅਸੀਂ। ਤੇ ਜਿਨ੍ਹਾਂ ਨੇ ਕੀਤਾ, ਜਿਨ੍ਹਾਂ ਨੇ ਪ੍ਰਭੂ ਗੋਪਾਲਾ ਨੂੰ ਹਿਰਦੇ 'ਚ ਵਸਾ ਲਿਆ, ਤੇ ਉਹਨਾਂ ਦਾ ਜਪ, ਉਹਨਾਂ ਦਾ ਤਪ ਤੇ ਉਹਨਾਂ ਦਾ ਸੰਜਮ, ਗਿਆਨ ਤਤ ਸਭ ਸਫਲ ਹੋ ਗਿਆ। ਸਾਨੂੰ ਨਹੀਂ ਪਤਾ ਜਪ ਕੀ ਹੈ, ਤਪ ਕੀ ਹੈ, ਗਿਆਨ ਤਤ ਸੰਜਮ ਕੀ ਹੈ, ਪਰ ਜਿਨ੍ਹਾਂ ਦੇ ਹਿਰਦੇ 'ਚ ਪ੍ਰਭੂ ਵਸਿਆ, ਜਪ ਤਪ ਸੰਜਮ ਗਿਆਨ ਤਤ ਬੇਤੇ ਹੋ ਗਏ। ਜਿਸ ਮਨ ਵਸੈ ਗੋਪਾਲਾ, ਨਾਮ ਰਤਨ ਜਿਨ ਗੁਰਮੁਖ ਪਾਇਆ। ਜਿਨ੍ਹਾਂ ਨੇ ਇਹ ਰਤਨ ਪਾ ਲਿਆ, ਤਾਂ ਕੀ ਪੂਰਨ ਘਾਲਾ, ਉਹਦੀ ਸਾਰੀ ਘਾਲਨਾ ਪੂਰਨ ਹੈ ਜੀ। ਕਲ ਕਲੇਸ਼ ਮਿਟੇ ਦੁਖ ਸਗਲੇ, ਕਾਟੀ ਜਮ ਕੀ ਫਾਸਾ। ਕਹੋ ਨਾਨਕ ਪ੍ਰਭ ਕਿਰਪਾ ਤਾਰੀ, ਮਨ ਤਨ ਪਏ ਬਿਗਾਸਾ। ਕਲ ਕਲੇਸ਼ ਮਿਟੇ ਦੁਖ ਸਗਲੇ, ਕਾਟੀ ਜਮ ਕੀ ਫਾਸਾ। ਕਲੇਸ਼ ਮਿਟ ਜਾਣਗੇ, ਫਾਹੀ ਕੱਟ ਜਾਏਗੀ। ਕਹੋ ਨਾਨਕ ਪ੍ਰਭ ਕਿਰਪਾ ਧਾਰੀ, ਮਨ ਤਨ ਪਏ ਬਿਗਾਸਾ। ਉਹਦਾ ਮਨ ਬਿਗਾਸ, ਖਿੜ ਜਾਏਗਾ, ਖੇੜੇ 'ਚ ਆ ਜਾਏਗਾ। ਤਿਨਾਂ ਦਰਿਆਵਾਂ ਸਿਓ ਦੋਸਤੀ, ਸੌੜਾ ਨਹੀਂ ਰਹੇਗਾ ਮਨ, ਬਹੁਤ ਖੁੱਲਾ, ਬੜੀ ਉੱਚੀ ਉਡਾਰੀ ਲਾਉਣ ਵਾਲਾ, ਬਹੁਤ ਖੁੱਲਾ। ਦੇਖੋ ਮੈਂ ਪਿੱਛੇ ਵੀ ਅਰਜ਼ ਕੀਤਾ ਸੀ, ਸਾਡੇ ਗੁਰਦਰਬਾਰਾਂ 'ਚ ਨਾ ਖੁੱਲੇ ਥਾਂ ਦੀ ਬੜੀ ਮਹਾਨਤਾ ਹੈ। ਤਰਨ ਤਾਰਨ ਸਾਹਿਬ ਦਾ ਸਰੋਵਰ ਦੇਖੋ, ਇੱਕ ਖੁੱਲੀ ਥਾਂ ਦੀ ਮਹਾਨਤਾ ਹੈ। ਜੇ ਬਾਹਰ ਸਿੱਖ ਖੁੱਲਾ ਵੇਖੇਗਾ ਤੇ ਉਹਦੇ ਅੰਦਰ ਵਿਗਾਸ ਪੈਦਾ ਹੋਏਗਾ, ਖੇੜਾ ਪੈਦਾ ਹੋਏਗਾ। ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ ਸਾਰਾ ਖੁੱਲਾ ਸੀ, ਹੁਣ ਭਾਵੇਂ ਉਹ ਕਮਰੇ ਬਣਾਤੇ ਹੈ, ਪਰ ਇੱਕ ਸੋਚ ਸੀ ਗੁਰੂ ਦੀ ਇਹਨਾਂ ਥਾਵਾਂ ਦੀ। ਆਨੰਦਪੁਰ ਸਾਹਿਬ ਦਾ ਪਿੱਛੇ ਸਾਰਾ ਥਾਂ ਚਰਨ ਗੰਗਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖੁੱਲਾ ਛੱਡਿਆ ਕਿ ਭਾਈ ਸਿੱਖ ਦਾ ਹਿਰਦਾ ਵਿਗਾਸ 'ਚ ਆਏ, ਖੇੜੇ 'ਚ ਆਏ। ਇਹ ਹੈ ਗੁਰੂ ਕੀ ਕਲਾ। ਬਾਹਰੋਂ ਵੀ ਤੇ ਬਾਹਰ ਭੀਤਰ ਏਕੋ ਜਾਣੋ, ਇਹ ਗੁਰ ਗਿਆਨ ਬਤਾਈ। ਜਿਹੜਾ ਇਸ ਰੂਪ 'ਚ ਜਪਦਾ ਉਹ ਸੋੜਾ ਨਹੀਂ ਰਹਿੰਦਾ, ਉਹਦੇ ਅੰਦਰ ਬਹੁਤ ਪ੍ਰਫੁੱਲਿਤ, ਬਹੁਤ ਖੁੱਲਾ ਵਿਗਾਸ ਪੈਦਾ ਹੁੰਦਾ ਹੈ ਜੀ। ਸੋਰਠ ਮਹਿਲਾ ਪੰਜਵਾ, ਕਰਨ ਕਰਾਵਣ ਹਾਰ ਪ੍ਰਭ ਦਾਤਾ। ਪਾਰ ਬ੍ਰਹਮ ਪ੍ਰਭ ਸੁਆਮੀ, ਸਗਲੇ ਜੀ ਕੀਏ ਦਇਆਲਾ। ਸੋ ਪ੍ਰਭ ਅੰਤਰ ਜਾਮੀ। ਇਹ ਅਰਥ ਸਪਸ਼ਟ ਨੇ ਜੀ। ਸੋਰਠ ਮਹੱਲਾ ਪੰਜਵਾਂ 24ਵਾਂ ਸ਼ਬਦ ਹੈ, ਉਹ ਪ੍ਰਭੂ ਕਰਨ ਕਰਾਵਣ ਹਾਰ ਦਾਤਾ ਹੈ।
ਉਹਦੇ ਹੱਥ ਵਿੱਚ ਹੀ ਸਾਰਾ ਕੁਝ ਹੈ। ਸੁਆਮੀ ਹੈ, ਸਿਰਾਂ ਦਾ ਸਾਈਂ ਹੈ। ਸਗਲੇ ਜੀ ਕੀਏ ਦਇਆਲਾ ਸੋ ਪ੍ਰਭ ਅੰਤਰਜਾਮੀ। ਜਿੰਨੇ ਉਹ ਜੀ ਬਣਾਏ ਨੇ ਉਹਨਾਂ ਜੀਆਂ ਦੇ ਪਾਪ ਤੇ ਪੁੰਨ ਉਹ ਸਾਰੇ ਵੇਖ ਰਿਹਾ, ਭਾਵੇਂ ਅਸੀਂ ਲੁਕ ਕੇ ਕਿਉਂ ਨਾ ਕਮਾ ਲਈਏ। ਉਹ ਅੰਤਰਜਾਮੀ ਪ੍ਰਭੂ ਸਾਨੂੰ ਜਾਣਦਾ ਹੈ ਜੀ। ਮੇਰਾ ਗੁਰ ਹੋਆ ਆਪ ਸਹਾਈ, ਜਪੋ ਜੀ। ਸੁਖ ਸਹਿਜ ਆਨੰਦ ਮੰਗਲ ਰਸ, ਅਚਰਜ ਪਈ ਬੜਾਈ ਰਹਾਉ। ਮੇਰਾ ਗੁਰ ਹੋਆ ਆਪ ਸਹਾਈ। ਪ੍ਰਭੂ ਜੀ ਆਪ ਸਹਾਈ ਹੁੰਦੇ ਆ, ਭਗਤ ਦੇ ਸਹਾਈ ਹੁੰਦੇ ਆ, ਸਿੱਖ ਦੇ ਸਹਾਈ ਹੁੰਦੇ ਆ। ਸੁਖ ਉਹਦੇ ਅੰਦਰ ਸੁਖ ਵਜਦਾ ਹੈ, ਸਹਿਜ ਸਹਿਜ ਵਰਗੀ ਜ਼ਿੰਦਗੀ। ਇੱਥੇ ਹੁਣ ਭੇਤ ਦੇ ਦਿੱਤਾ ਮਹਾਰਾਜ ਜੀ ਨੇ, ਆਨੰਦ ਨਹੀਂ ਲਿਖਿਆ, ਆਨੰਦ ਮੰਗਲ। ਆ ਭੇਦ ਹੈ ਜੀ ਬਾਣੀ ਦੇ। ਜਿੱਥੇ ਜਿੱਥੇ ਜੋ ਭੇਤ ਨੇ ਉਹਨਾਂ ਭੇਤਾਂ ਨੂੰ ਸਮਝੀਏ ਥੋੜਾ ਥੋੜਾ। ਇੱਥੇ ਵੀ ਮਹਾਰਾਜ ਆਨੰਦ ਲਿਖ ਸਕਦੇ ਸੀ, ਪਰ ਇੱਥੇ ਆਨੰਦ ਮੰਗਲ ਲਿਖਿਆ। ਅੰਦਰ ਐਸਾ ਆਨੰਦ ਹੋਏਗਾ ਜਿਹਨੂੰ ਗੁਰੂ ਅਮਰਦਾਸ ਜੀ ਕਹਿੰਦੇ, ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ। ਇਹ ਵਾਲਾ ਆਨੰਦ ਮੰਗਲ ਰਸ ਅਚਰਜ ਭਈ ਬੜਾਈ। ਇੰਨੀ ਅਸਚਰਜਤਾ ਪੈਦਾ ਹੋਏਗੀ ਕਿ ਖਿਨ ਮੈਂ ਅਵਰ ਖਿਨੈ ਮੈਂ ਅਵਰਾ। ਕਹਿੰਦੇ ਇਸ ਰੂਪ 'ਚ ਪ੍ਰਭੂ ਦੇ ਜਿਹੜੇ ਅਸਚਰਜ ਨੇ, ਕੌਤਕ ਨੇ, ਉਹ ਸਮਝ ਆ ਜਾਣਗੇ ਜੀ। ਗੁਰ ਕੀ ਸ਼ਰਨ ਪਏ ਪੈ ਨਾਸੇ, ਸਾਚੀ ਦਰਗਹ ਮਾਨੇ। ਗੁਣ ਗਾਵਤ ਆਰਾਧ ਨਾਮ ਹਰ, ਆਏ ਆਪਣੇ ਥਾਨੇ। ਗੁਰੂ ਦੀ ਸ਼ਰਨ ਪੈ ਕੇ ਸਾਰੇ ਭੈ ਕੱਟ ਜਾਂਦੇ ਆ। ਸਾਚੀ ਦਰਗਹ ਮਾਨੇ, ਸੱਚੀ ਦਰਗਾਹ 'ਚ ਉਸਤਤ ਹੈ। ਗੁਣ ਗਾਵਤ ਆਰਾਧ ਨਾਮ ਹਰ, ਆਏ ਆਪਣੇ ਥਾਨੈ। ਜਿਹੜਾ ਇਹ ਥਾਂ ਨਿਜ ਘਰ, ਜਿਹੜੇ ਅੰਦਰ ਬੈਠ ਕੇ, ਜਿਹਨੂੰ ਕਿਹਾ ਜੈ ਘਰ ਕੀਰਤ ਆਕੀਐ ਕਰਤੇ ਕਾ ਹੋਏ ਵਿਚਾਰ, ਤਿਤ ਘਰ ਗਾਵੋ ਸੁਹੇਲਾ। ਇਸ ਘਰ ਦੇ ਵਿੱਚ, ਥਿਰ ਘਰ ਦੇ ਵਿੱਚ ਉਸ ਸਿੱਖ ਦਾ ਮਨ ਟਿਕ ਜਾਂਦਾ ਹੈ ਜੀ। ਜੈ ਜੈਕਾਰ ਕਰੈ ਸਭ ਉਸਤਤ, ਸੰਗਤ ਸਾਧ ਪਿਆਰੀ। ਸਦ ਬਲਹਾਰ ਜਾਉ ਪ੍ਰਭ ਆਪਣੇ, ਜਿਨ ਪੂਰਨ ਪੈਜ ਸਵਾਰੀ। ਜੈ ਜੈਕਾਰ ਕਰੈ ਸਭ ਉਸਤਤ। ਜਿਹੜਾ ਸਾਧ ਸੰਗਤ ਦੇ ਵਿੱਚ ਆ ਕੇ ਬੈਠਦਾ, ਸੰਗਤ ਸਾਧ ਪਿਆਰੀ। ਸਾਧ ਇੱਥੇ ਗੁਰੂ ਲਈ ਵਰਤਿਆ। ਜਿਹੜੀ ਗੁਰੂ ਦੀ ਸੰਗਤ ਦੇ ਵਿੱਚ ਬੈਠਦਾ ਹੈ, ਪਿਆਰੀ ਉਹਨੂੰ ਲੱਗਦੀ ਹੈ, ਉਹਦੀ ਜੈ ਜੈਕਾਰ ਹੈ ਜੀ। ਫਿਰ ਉਹ ਇੱਥੇ ਬੈਠ ਕੇ ਸਦ ਬਲਹਾਰ ਜਾਉ ਪ੍ਰਭ ਆਪਣੇ, ਜਿਨ ਪੂਰਨ ਪੈਜ ਸਵਾਰੀ। ਜਿਹਨੇ ਪੂਰਨ ਪੈਜ ਸਵਾਰੀ ਹੈ, ਗੁਰੂ ਕਾ ਸਿੱਖ ਉੱਤੇ ਬਲਹਾਰ ਜਾਂਦਾ ਹੈ ਜੀ। ਗੋਸ਼ਟ ਗਿਆਨ ਨਾਮ ਸੁਣ ਉਧਰੇ, ਜਿਨ ਜਿਨ ਦਰਸ਼ਨ ਪਾਇਆ। ਭਇਓ ਕਿਰਪਾਲ ਨਾਨਕ ਪ੍ਰਭ ਆਪਣਾ, ਆਨੰਦ ਸੇਤੀ ਕਰ ਆਇਆ। ਗੋਸ਼ਟ ਗਿਆਨ ਨਾਮ ਸੁਣ ਉਧਰੇ, ਸੰਤ ਮਿਲੈ ਕਿਛ ਸੁਣੀਐ ਕਹੀਐ। ਫਿਰ ਉਹ ਗੁਰੂ ਕੇ ਸਿੱਖ ਚੁੱਪ ਨਹੀਂ, ਉਹ ਗੋਸ਼ਟ ਕਰਦੇ। ਗੁਣਾ ਕਾ ਹੋਵੈ ਵਾਸਲਾ ਕਢਵਾਸ ਲਈ ਜਾ। ਜਿਵੇਂ ਡੱਬੇ 'ਚ ਖੁਸ਼ਬੂ ਬੰਦ ਹੈ, ਉਹ ਡੱਬਾ ਖੋਲਣ ਦਾ ਯਤਨ ਕਰਦੇ ਕਿ ਗੁਰਮੁਖ ਦਾ ਅੰਦਰ ਫਰੋਲੀਏ। ਐਸਾ ਕੈਸਾ ਉਹਨਾਂ ਦੇ ਅੰਦਰ ਅਦਭੁਤ ਪਰਮ ਅਦਭੁਤ ਬਿਸਮੈ ਬਿਸਮ ਅਸਚਰਜ ਹੈ। ਅਸਚਰਜ ਜਿਹੜਾ ਗਿਆਨ ਹੈ, ਉਹ ਸਾਨੂੰ ਵੀ ਖੁਸ਼ਬੂ ਮਿਲੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਆ, ਸੰਗਤ 'ਚ ਬੈਠ ਕੇ ਗੁਰੂ ਕੇ ਸਿੱਖ ਗੋਸ਼ਟ ਰਚਾਉਂਦੇ ਨੇ, ਉਹ ਗੱਲਬਾਤ ਕਰਦੇ ਨੇ। ਗੋਸ਼ਟ ਗਿਆਨ ਨਾਮ ਸੁਣ ਉਧਰੇ, ਤੇ ਸੁਣ ਕੇ ਉਧਰਦੇ ਨੇ। ਜਿਨ ਜਿਨ ਦਰਸ਼ਨ ਪਾਇਆ, ਭਇਓ ਕਿਰਪਾਲ ਨਾਨਕ ਪ੍ਰਭ ਆਪਣਾ। ਉਹਨਾਂ ਦੇ ਉੱਤੇ ਪ੍ਰਭੂ ਕਿਰਪਾਲ ਹੁੰਦਾ। ਅਨੰਦ ਸੇਤੀ ਘਰ ਆਇਆ। ਉਹ ਬੜੇ ਸ਼ਾਂਤਮਈ ਨਾਲ, ਬੜੇ ਸੁਖ ਰੂਪ ਦੇ ਵਿੱਚ ਆਪਣੇ ਥਿਰ ਘਰ ਦੇ ਵਿੱਚ ਟਿਕਦੇ ਨੇ ਜੀ। ਸੋਰਠ ਮਹਿਲਾ ਪੰਜਵਾ। ਪ੍ਰਭ ਕੀ ਸ਼ਰਨ ਸਗਲ ਪੈ ਲਾਥੇ, ਦੁਖ ਬਿਨ ਸੇ ਸੁਖ ਪਾਇਆ। ਦਇਆਲ ਹੋਆ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਧਿਆਇਆ। ਸੋਰਠ ਮਹੱਲਾ ਪੰਜਵਾਂ। ਪ੍ਰਭੂ ਦੀ ਸ਼ਰਨ ਦੇ ਵਿੱਚ ਸਾਰੇ ਭੈ ਲੱਥ ਜਾਂਦੇ ਆ ਜੀ। ਸਾਰੇ ਭੈ ਨੇ, ਕਈ ਤਰ੍ਹਾਂ ਦੇ ਭੈ ਨੇ ਜੀ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਇਹ ਸਾਰੇ ਦੁੱਖ ਨੇ ਜੀ, ਇਹ ਸਾਰੇ ਭੈ ਨੇ, ਇਹ ਲੱਥ ਜਾਂਦੇ। ਦੁੱਖ ਬਿਨ ਸੇ ਸੁਖ ਪਾਇਆ, ਦੁੱਖ ਵਿਸਰ ਜਾਂਦੇ। ਦੁੱਖ ਦਾ ਡੇਰਾ ਕਿੱਥੇ ਦੂਰ। ਚਿੱਤ ਚੇਤਾ ਨਹੀਂ ਰਹਿੰਦਾ ਗੁਰੂ ਕੇ ਸਿੱਖ ਨੂੰ, ਕਿਉਂਕਿ ਉਹਨੂੰ ਇਹ ਚੇਤਾ ਆ ਗਿਆ। ਤਾਂ ਹੀ ਉਹ ਭਗਤ ਜੀ ਕਹਿੰਦੇ, ਰੇ ਚਿੱਤ ਚੇਤਸ ਕੀ ਨਾ ਦਇਆਲ ਦਮੋਦਰ। ਕਿਉਂ ਦੁੱਖਾਂ ਨੂੰ ਚੇਤੇ ਕਰਦਾ, ਸੁੱਖਾਂ ਨੂੰ ਚੇਤੇ ਕਰ। ਬਿਬਹਿ ਨਾ ਜਾਣਸ ਕੋਏ। ਇਹਦੇ ਵਰਗਾ ਦੁੱਖਾਂ ਨੂੰ ਕੱਟਣ ਵਾਲਾ ਕੋਈ ਨਹੀਂ।
ਇਹਦੇ ਵਰਗਾ ਸੁੱਖਾਂ ਦਾ ਦਾਤਾ ਕੋਈ ਨਹੀਂ। ਜੇ ਧਾਵੈ ਖੰਡ ਬ੍ਰਹਿਮੰਡ ਕੋ, ਜੇ ਤੇਰੇ ਦੁੱਖ ਨੇ, ਤੂੰ ਕਹਿੰਦਾ ਮੈਂ ਆਪਣੇ ਯਤਨ ਨਾਲ ਇਹਨਾਂ ਦੁੱਖਾਂ ਨੂੰ ਕੱਟ ਲਾਂਗਾ, ਪਰ ਯਾਦ ਰੱਖੀ ਕਰਤਾ ਕਰੇ ਸੋ ਹੋਏ। ਜੋ ਕਰਤਾ ਕਰੇਗਾ ਉਹੀ ਹੋਏਗਾ। ਇਸ ਕਰਕੇ ਕਰਤੇ ਦੀ ਸ਼ਰਣੀ 'ਚ ਆਏ। ਦੁੱਖ ਬਿਨ ਸੇ ਸੁਖ ਪਾਇਆ, ਦਇਆਲ ਹੋਆ। ਇਹਨੂੰ ਦਿਆਲ ਨਾ ਜਾਂ ਦਇਆਲ ਨਾ ਪੜਿਆ ਕਰੋ। ਬਾਣੀ 'ਚ ਦਇਆਲ ਆਇਆ ਤੇ ਦਇਆਲ ਆਇਆ। ਉਹ ਅੱਗੇ ਆਏਗਾ ਦੱਦੇ ਨੂੰ ਦੁਲਾਵਾਂ ਦੇ ਨਾਲ, ਦਇਆਲ ਵੀ ਆਇਆ। ਉਹ ਦਇਆਲ ਹੈ ਤੇ ਇਹ ਦਇਆਲ ਹੈ। ਈੜੀ ਦੀ ਸਿਹਾਰੀ ਦਾ ਉਚਾਰਨ ਹੋਏਗਾ। ਦਇਆਲ ਹੋਆ ਪਾਰ ਬ੍ਰਹਮ ਸੁਆਮੀ, ਪੂਰਾ ਸਤਿਗੁਰ ਧਿਆਇਆ। ਜਿਨ੍ਹੇ ਧਿਆਇਆ ਉਹਦੇ ਉੱਤੇ ਪ੍ਰਭੂ ਦਇਆਵਾਨ ਹੋਏ ਜੀ। ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ, ਜਪੋ ਜੀ। ਕਰ ਕਿਰਪਾ ਪ੍ਰਭ ਦੀਨ ਦਇਆਲਾ, ਗੁਣ ਗਾਵੋ ਰੰਗ ਰਾਤਾ ਰਹਾਉ। ਪ੍ਰਭੂ ਜੀ ਤੁਸੀਂ ਸਦਾ ਹੀ ਦਾਤੇ ਹੋ, ਦਾਨ ਦੇਣ ਵਾਲੇ ਹੋ। ਵੱਡਾ ਦਾਤਾ ਤਿਲ ਨਾ ਤਮਾਏ, ਤਿਲ ਜਿੰਨਾ ਵੀ ਤਮਾ ਨਹੀਂ ਤੁਹਾਡੇ ਅੰਦਰ ਦੇਣ ਤੋਂ ਬਾਅਦ। ਕਰ ਕਿਰਪਾ ਪ੍ਰਭ ਦੀਨ ਦਇਆਲਾ, ਗੁਣ ਗਾਵੋ ਰੰਗ ਰਾਤਾ। ਇੱਕੋ ਹੀ ਕਿਰਪਾ ਕਰੋ, ਕਿਹੜਾ? ਜੀਵਨੋ ਮੈਂ ਜੀਵਨ ਪਾਇਆ, ਗੁਰਮੁਖ ਭਾਏ ਰਾਮ। ਕਿ ਮੈਂ ਤੁਹਾਨੂੰ ਭਾ ਜਾਂ ਤੇ ਮੈਨੂੰ ਬੰਦਗੀ ਵਾਲਾ ਜੀਵਨ ਮਿਲ ਜਾਏ। ਇਹ ਵਾਲਾ ਨਾਮ, ਇਹ ਵਾਲੀ ਦਇਆ ਰੰਗ ਦੇ ਵਿੱਚ ਰਤ ਦੋ ਜੀ ਰਹਾਓ। ਸਤਿਗੁਰ ਨਾਮ ਨਿਧਾਨ ਦ੍ਰਿੜਾਇਆ, ਚਿੰਤਾ ਸਗਲ ਬਿਨਾਸੀ। ਕਰ ਕਿਰਪਾ ਆਪਣੋ ਕਰ ਲੀਨਾ, ਮਨ ਵਸਿਆ ਬਿਨਾਸੀ। ਇਹ ਜਿਹੜਾ ਪਿਓ ਦਾਦੇ ਜਿਹਵਿਆ ਪੋਤਾ ਪ੍ਰਵਾਨ, ਇਹ ਨਾਮ ਦਾ ਖਜ਼ਾਨਾ ਆਇਆ ਨਾ। ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਜੀ, ਪੀਊ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਇਹ ਜਿਹੜਾ ਨਾਮ ਦ੍ਰਿੜਾਇਆ, ਜਿਹੜਾ ਇਹਨੂੰ ਦ੍ਰਿੜ ਲੇਗਾ, ਫਿਰ ਮਹਾਰਾਜ ਜੀ ਕਹਿੰਦੇ ਚਿੰਤਾ ਸਗਲ ਬਿਨਾਸੀ। ਦਾਸ ਬਾਰ-ਬਾਰ ਕਹਿ ਰਿਹਾ ਇਹ ਸ਼ਬਦ ਚਿੰਤਾ ਦੇ ਚੌਗਿਰਦੇ ਨੇ। ਇਹ ਚਿੰਤਾ ਦਾ ਡੇਰਾ ਭੰਨਣ ਵਾਸਤੇ ਸ਼ਬਦ ਮਹਾਰਾਜ ਜੀ ਨੇ ਉਚਾਰੇ ਨੇ। ਔਰ ਇਹਨਾਂ ਦਾ ਫਰੀਦਕੋਟੀਏ ਵਾਲਾ ਟੀਕੇ ਕਈ ਸ਼ਬਦਾਂ ਬਾਬਤ ਇਹ ਵੀ ਲਿਖਦਾ ਹੈ ਕਿ ਇਹ ਜਿਹੜੇ ਸ਼ਬਦ ਨੇ ਨਾ ਸੋਰਠ ਰਾਗ ਦੇ, ਕੁਝ ਇਹਨਾਂ ਸ਼ਬਦਾਂ ਨੂੰ ਮਹਾਰਾਜ ਜੀ ਨੇ ਗੁਰੂ ਕੀ ਵਡਾਲੀ 'ਚ ਉਚਾਰਿਆ। ਔਰ ਕੁਝ ਸ਼ਬਦ ਅੱਗੇ ਪੜਾਂਗੇ ਕਿ ਜਿਹੜੇ ਸ਼ਬਦ ਜਦ ਮਹਾਰਾਜ ਜੀ ਗੁਰੂ ਕੀ ਵਡਾਲੀ ਤੋਂ ਉੱਠ ਕੇ ਦਰਬਾਰ ਸਾਹਿਬ, ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਾਪਸ ਆਏ ਨੇ, ਤਾਂ ਕਿਹੜੇ ਕਿਹੜੇ ਸ਼ਬਦ ਉਚਾਰੇ ਨੇ ਉਸ ਪ੍ਰਭੂ ਦੀ ਸਿਫਤ ਦੇ ਵਿੱਚ। ਉਹ ਵੀ ਅੱਗੇ ਸ਼ਬਦ ਸੋਰਠ ਦੇ ਵਿੱਚ ਹੀ ਨੇ। ਇਹਦੇ ਵਿੱਚ ਸਭ ਤੋਂ ਜ਼ਿਆਦਾ ਲਮੇਰੀ ਬਾਣੀ ਗੁਰੂ ਅਰਜਨ ਸਾਹਿਬ ਜੀ ਦੀ ਮਿਲੇਗੀ। ਸਾਹਿਬ ਜੀ ਕਹਿੰਦੇ ਕਰ ਕਿਰਪਾ ਆਪਣੋ, ਆਪਣੋ ਹੀ ਪੜਿਓ ਜੀ। ਸਤਿਗੁਰੂ ਜੀ ਨੇ ਕਿਰਪਾ ਕਰਕੇ ਆਪਣੋ ਕਰ ਲੀਨਾ, ਆਪਣਾ ਕਰ ਲਿਆ। ਮਨ ਵਸਿਆ ਅਬਨਾਸ਼ੀ, ਜਿਹਦਾ ਕਦੀ ਕੋਈ ਨਾਸ਼ ਨਹੀਂ ਕਰ ਸਕਦਾ, ਉਹ ਸ਼ਬਦ ਮਨ ਦੇ ਵਿੱਚ ਵਸਿਆ ਜੀ। ਤਾ ਕਉ ਬਿਘਨ ਨ ਕੋ ਲਾਗੈ, ਜੋ ਸਤਿਗੁਰ ਆਪਣੇ ਰਾਖੇ। ਚਰਨ ਕਮਲ ਬਸੇ ਹਿਰਦ ਅੰਤਰ, ਅੰਮ੍ਰਿਤ ਹਰ ਰਸ ਚਾਖੇ। ਬਿਘਨ ਬਿਨਾਸਨ ਸਭ ਦੁਖ ਨਾਸਨ, ਸਤਿਗੁਰ ਨਾਮ ਦ੍ਰਿੜਾਇਆ। ਸਤਿਗੁਰ ਜੀ ਨੇ ਸਾਰੇ ਬਿਘਨ, ਰੁਕਾਵਟਾਂ ਦੂਰ ਕਰ ਦਿੱਤਾ। ਤਾਕੋ ਬਿਘਨ ਨਾ ਕੋ ਲਾਗੈ, ਜੋ ਸਤਿਗੁਰ ਆਪਣੇ ਰਾਖੇ। ਜਿਹਨੂੰ ਸਤਿਗੁਰ ਜੀ ਨੇ ਰੱਖ ਲਿਆ, ਉਹਨੂੰ ਕੋਈ ਰੋਕ ਨਹੀਂ ਸਕਦਾ ਜੀ। ਉਹਨੂੰ ਤਾਤੀ ਵਾਹ ਵੀ ਨਹੀਂ ਲੱਗ ਸਕਦੀ। ਚਰਨ ਕਮਲ ਬਸੇ ਹਿਰਦ ਅੰਤਰ, ਅੰਮ੍ਰਿਤ ਹਰ ਰਸ ਚਾਖੇ। ਚਰਨ ਕਮਲ, ਚਰਨ ਬਾਣੀ ਹੈ, ਕਮਲ ਸਤਿਗੁਰ ਜੀ ਦੀ ਸੰਗਤ ਹੈ। ਇਹ ਉਹਦੇ ਹਿਰਦੇ 'ਚ ਵਸ ਜਾਂਦੀ ਹੈ। ਉਹਦੇ ਅੰਦਰ ਅੰਮ੍ਰਿਤ ਦਾ ਰਸ ਦੇ ਝਰਨੇ ਵਗਦੇ ਨੇ ਜੀ। ਕਰ ਸੇਵਾ ਸੇਵਕ ਪ੍ਰਭ ਆਪਣੇ, ਜਿਨ ਮਨ ਕੀ ਇੱਛ ਪੁਜਾਈ। ਨਾਨਕ ਦਾਸ ਤਾਕੈ ਬਲਹਾਰੈ, ਜਿਨ ਪੂਰਨ ਪੈਜ ਰਖਾਈ। ਕਰ ਸੇਵਾ ਸੇਵਕ ਪ੍ਰਭ ਆਪਣੇ, ਪ੍ਰਭੂ ਦੀ ਸੇਵਾ ਉਸ ਰੂਪ ਦੇ ਵਿੱਚ ਕਰੋ ਤੇ ਪ੍ਰਭੂ ਆਪਣੇ ਸੇਵਕ ਦੀ ਸਾਰੇ ਮਨ ਦੀ ਇੱਛਾ ਪੁਜਾਉਂਦਾ। ਜਿਹੜਾ ਸੇਵਾ ਕਰ ਲੈਂਦਾ, ਸਾ ਸੇਵਾ ਕੀਤੀ ਸਫਲ ਹੈ। ਜਿਤ ਸਤਿਗੁਰ ਕਾ ਮਨ ਮੰਨੈ, ਜੇ ਮਨ ਮੰਨ ਗਿਆ, ਜਿਨ ਮਨ ਕੀ ਇੱਛ ਪੁਜਾਈ, ਸਾਰੀ ਇੱਛਾ ਪੂਰੀਆਂ ਨੇ। ਨਾਨਕ ਦਾਸ ਤਾਕੈ ਬਲਹਾਰੈ, ਗੁਰੂ ਨਾਨਕ ਸਾਹਿਬ ਬਲਹਾਰ ਜਾਂਦੇ ਨੇ ਕਿਹਦੇ ਤੇ? ਜਿਨ ਪੂਰਨ ਪੈਜ ਰਖਾਈ, ਜਿਸ ਪ੍ਰਭੂ ਨੇ ਸਾਰਿਆਂ ਦੀ ਪੈਜ ਰੱਖੀ। ਗੁਰੂ ਬਾਬਾ ਜੀ ਵੀ ਉਸ ਤੋਂ ਬਲਹਾਰ ਨੇ ਜੀ। ਸੋਰਠ ਮਹਿਲਾ ਪੰਜਵਾ, ਮਾਇਆ ਮੋਹ ਮਗਨ ਅੰਧਿਆਰੈ, ਦੇਵਨ ਹਾਰ ਨਾ ਜਾਣੈ। ਜਿਉ ਪਿੰਡ ਸਾਜ ਜਿਨ ਰਚਿਆ,
ਬਲ ਆਪਨੋ ਕਰ ਮਨ। ਇਹ ਸ਼ਬਦ ਪਿੱਛੇ ਪੜ੍ਹ ਕੇ ਆਏ ਉਸੀ ਲੜੀ ਦਾ ਹੈ ਜੀ। ਕੀਤੇ ਕੋ ਮੇਰਾ ਸਮਾਣਾ, ਕਰਨਹਾਰ ਤ੍ਰਿਣ ਜਾਣਾ। ਪ੍ਰਭੂ ਨੇ ਸਭ ਕੁਝ ਦਿੱਤਾ। ਰਸ ਸੋਇਨਾ ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ। ਇਹ ਸਾਰਾ ਕੁਝ ਸੋਇਨਾ ਰੂਪਾ ਰੰਗੂਲਾ ਮੋਤੀ ਤੈ ਮਾਣਕ ਜੀਓ। ਇਹ ਵਸਤੂ ਸ਼ੈ ਦਿੱਤੀਆਂ ਮੈਂ ਤਿੰਨ ਸਿਉ ਲਾਇਆ ਚਿਤ ਜੀਓ। ਮਾਇਆ ਮੋਹ ਮਗਨ ਅੰਧਿਆਰਾ, ਦੇਵਨ ਹਾਰ ਨਾ ਜਾਣਾ। ਪ੍ਰਭੂ ਵਿਸਰ ਗਿਆ, ਪਦਾਰਥ ਚੇਤੇ ਰਹਿ ਗਏ। ਸਤਿਗੁਰੂ ਜੀ ਕਹਿੰਦੇ ਜੀਓ ਪਿੰਡ ਸਾਜ ਜਿਨ ਰਚਿਆ, ਬਲ ਆਪਣੋ ਕਰ ਮਾਨੈ। ਕਹਿੰਦੇ ਜਿੰਨੇ ਸਭ ਕੁਝ ਰਚਿਆ ਉਹ ਤੇ ਵਿਸਰ ਗਿਆ, ਤੇ ਬਾਹਰ ਜਾ ਕੇ ਪੱਟਾਂ ਤੇ ਹੱਥ ਮਾਰਦਾ ਬੰਦਾ, ਡੋਲਿਆ ਲੈ ਮੈਂ ਹੀ ਸਭ ਕੁਝ ਹਾਂ, ਮੈਂ ਹੀ ਸਭ ਕੁਝ ਹਾਂ, ਮੇਰਾ ਹੀ ਸਭ ਕੁਝ ਹੈ। ਸਤਿਗੁਰੂ ਜੀ ਕਹਿੰਦੇ ਜਿਨ ਜੀਓ ਪਿੰਡ ਨੱਕ ਮੁਖ ਦਿਆ, ਬਰਤਨ ਕੋ ਪਾਣੀ ਅਨ ਖਾਣਾ, ਕੱਪੜ ਪਹਿਨਣ ਦੀ ਅਨ ਰਸ ਕੋ ਗਾਣੀ। ਜਿਨ ਦੀਏ ਸੇ ਚਿਤ ਨਾ ਆਵੀ, ਪਸ਼ੂ ਹੌਂ ਕਰ ਜਾਣੀ। ਜਿਵੇਂ ਪਸ਼ੂ ਹੌਂ ਕਰਦਾ ਨਾ ਮੈਂ, ਸਤਿਗੁਰੂ ਜੀ ਕਹਿੰਦਾ ਮਨੁੱਖ ਉਸ ਪ੍ਰਭੂ ਦਾ ਬਲ ਭੁੱਲ ਕੇ ਆਪਣੇ ਬਲ ਨੂੰ ਪ੍ਰਦਰਸ਼ਨ ਕਰੀ ਫਿਰਦਾ ਹੈ ਜੀ। ਮਨ ਮੂੜੇ ਦੇਖ ਰਹਿਓ ਪ੍ਰਭ ਸੁਆਮੀ, ਜੋ ਕਿਛ ਕਰਹਿ ਸੋਈ ਸੋਈ ਜਾਣੈ, ਰਹਿ ਨ ਕਛੁਐ ਛਾਨੀ ਰਹਾਉ। ਇਹ ਮੂਰਖ ਮਨ ਮੂੜੇ ਦੇਖ ਰਹੇ ਹੋ ਪ੍ਰਭ ਸੁਆਮੀ। ਹਰ ਥਾਂ ਤੇ ਜਿਹੜੇ ਲੁਕ ਕੇ ਵੀ ਅਸੀਂ ਪਾਪ ਕਰਦੇ ਹਾਂ ਉਹ ਜਾਣਦਾ। ਜੋ ਕਿਛ ਕਰ ਰਿਹਾ ਸੋਈ ਸੋਈ ਜਾਣੈ, ਜੋ ਜੋ ਕਰ ਰਹੇ ਹਾਂ ਸੋ ਸੋ ਉਹ ਬਿਲਕੁਲ ਬਿਲਕੁਲ ਜਾਣਦੇ ਹੈ। ਕਹਿੰਦੇ ਰਹਿ ਨਾ ਕਛੂਐ ਛਾਨੀ, ਛਾਨੀ ਕਹਿੰਦੇ ਆ ਛਾਨਣੀ, ਭਾਵ ਓਲੇ ਦੇ ਵਿੱਚ ਕੁਛ ਨਹੀਂ ਰਿਹਾ। ਗੁੱਜੀ ਛੰਨੀ ਨਾਹੀ ਬਾਤ, ਛੰਨੀ ਭਾਵ ਲੁਕੀ। ਕਹਿੰਦੇ ਉਸ ਪ੍ਰਭੂ ਤੋਂ ਕੁਝ ਲੁਕਿਆ ਨਹੀਂ ਹੈ ਜੀ। ਰਹਾਉ ਜਿਹਵਾ ਸਵਾਦ ਲੋਭ ਮਦ ਮਾਤੋ, ਉਪਜੇ ਅਨਕ ਵਿਕਾਰਾ, ਬਹੁਤ ਜੋਨ ਪਰ ਮਤ ਦੁਖ ਪਾਇਆ, ਹਉ ਮੈਂ ਬੰਧਨ ਕੇ ਪਾਰ। ਜਿਹਵਾ ਸਵਾਦ ਲੋਭ ਮਦ ਮਾਤੋ, ਇਸ ਦੇ ਵਿੱਚ ਅਸੀਂ ਹਜੇ ਮੱਤੇ ਪਏ ਹਾਂ। ਉਪਜੇ ਅਨਕ ਵਿਕਾਰਾ, ਤੇ ਇਹ ਬਹੁਤ ਵਿਕਾਰ ਪੈਦਾ ਕਰਦੇ ਨੇ ਜੀ। ਜਿੰਨੇ ਸਵਾਦ ਜਿੰਨੇ ਰਸ ਕਸ ਨੇ, ਜੇ ਸੰਕੋਚਾਂਗੇ ਨਹੀਂ ਤੇ ਸਤਿਗੁਰੂ ਜੀ ਕਹਿੰਦੇ ਵਿਕਾਰ ਹੀ ਵਿਕਾਰ ਨੇ। ਬਹੁਤ ਜੋਨ ਭਰਮਤ ਦੁੱਖ ਪਾਇਆ, ਹਉਮੈ ਬੰਧਨ ਕੇ ਭਾਰਾ। ਸਿਰਫ ਔਰ ਸਿਰਫ ਹਉਮੈ ਦਾ ਭਾਰ ਹੀ ਸਿਰ ਤੇ ਬਣਿਆ। ਸਤਿਗੁਰੂ ਜੀ ਕਹਿੰਦੇ ਭਾਵੇਂ ਜਿੰਨੀ ਮਰਜ਼ੀਆਂ ਸੋਚਿਆ ਸੋਚ ਨਾ ਹੋਵੀ, ਜੇ ਸੋਚੀ ਲਖਵਾਰ ਚੁੱਪੈ ਚੁੱਪ ਨਾ ਹੋਵੀ, ਜੇ ਲਾਏ ਰਾਹਾਂ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਸਾਰੀਆਂ ਪੁਰੀਆਂ ਦੀਆਂ ਬੰਨਾਂ ਚੱਕ ਕੇ ਨਾ ਸਿਰ ਤੇ ਵੀ ਰੱਖ ਲਓ ਤਾਂ ਵੀ ਬੰਦਾ ਤ੍ਰਿਪਤ ਨਹੀਂ ਹੁੰਦਾ। ਜਿੰਨਾ ਮਰਜੀ ਇਕੱਠਾ ਕਰੇ, ਸਿਰਫ ਔਰ ਸਿਰਫ ਹਉਮੈ ਦੇ ਬੰਧਨ ਹੀ ਸਿਰ 'ਚ ਚੱਕੀ ਫਿਰਦਾ ਜੀ। ਦੇ ਕੀ ਵਾੜ ਅਨਕ ਪੜਦੇ ਮਹਿ, ਪਰਦਾਰਾ ਸੰਗ ਫਾਕੈ, ਚਿਤ੍ਰ ਗੁਪਤ ਜਬ ਲੇਖਾ ਮੰਗਹਿ, ਤਬ ਕੌਣ ਪੜਦਾ ਤੇਰਾ ਢਾਕੈ। ਬੂਏ ਢੋ ਕੇ ਬਹੁਤ ਪੜਦੇ ਕਰਕੇ ਅਸੀਂ ਪਰਾਇਆ ਸਰੀਰ ਭੋਗਦੇ ਹਾਂ। ਪਰਦਾਰਾ ਸੰਗ ਫਾਕੈ, ਚਿੱਤਰ ਗੁਪਤ ਜਬ ਲੇਖਾ ਮੰਗ ਹੈ, ਤਬ ਕੌਣ ਪੜਦਾ ਤੇਰਾ ਢਾਕੈ। ਜਦ ਉਹ ਪ੍ਰਭੂ ਦਾ ਬਣਾਇਆ ਚਿੱਤਰ ਗੁਪਤ ਲੇਖਾ ਮੰਗੇਗਾ ਤੇ ਕੌਣ ਉੱਥੇ ਪਰਦਾ ਦੇਗਾ ਜੀ। ਦੀਨ ਦਇਆਲ ਪੂਰਨ ਦੁਖ ਭੰਜਨ, ਤੁਮ ਬਿਨ ਓਟ ਨਾ ਕਾਈ, ਕਾਢ ਲਿਓ ਸੰਸਾਰ ਸਾਗਰ ਮਹਿ, ਨਾਨਕ ਪ੍ਰਭ ਸ਼ਰਣਾਈ। ਤੁਸੀਂ ਪ੍ਰਭੂ ਜੀ ਦੀਨ ਦਇਆਲ ਹੋ, ਪਰਦੇ ਕੱਜਣ ਵਾਲੇ ਹੋ, ਤੁਹਾਡੇ ਬਿਨਾਂ ਕਿਸੇ ਹੋਰ ਦੀ ਓਟ ਨਹੀਂ ਹੈ। ਓਟ ਨਾ ਕਾਏ, ਕਾਢ ਲਿਓ ਸੰਸਾਰ ਸਾਗਰ ਮੈਂ, ਨਾਨਕ ਪ੍ਰਭ ਸ਼ਰਣਾਈ। ਪ੍ਰਭੂ ਜੀ ਸਾਡਾ ਕੋਈ ਭਰੋਸਾ ਨਹੀਂ। ਜਿੰਨੇ ਮਰਜੀ 99 ਕਦਮ ਚੱਲ ਕੇ ਵੀ ਅਸੀਂ ਆਪਣੀ ਹਉਮੈ ਤੇ ਆਪਣੇ ਮਾਣ ਦੇ ਵਿੱਚ ਆਖਰੀ ਕਦਮ ਤਿਲਕ ਸਕਦੇ ਹਾਂ। ਸਾਡਾ ਕੁਝ ਨਹੀਂ ਪਤਾ। ਇਸ ਕਰਕੇ ਗੁਰੂ ਪਿਆਰਿਓ, ਹਰ ਕਦਮ ਤੇ ਅਰਦਾਸ ਕਰੀਏ। ਜਿੰਨੀ ਅਰਦਾਸ ਹੋ ਸਕਦੀ ਹੈ ਹਰ ਇੱਕ ਕਦਮ ਤੇ ਅਰਦਾਸ ਕਰੀਏ। ਸਾਡੇ ਮੂੜ ਮੁਗਧ ਦਾ ਨਹੀਂ ਪਤਾ ਜੀ ਕਦ ਅਸੀਂ ਤਿਲਕ ਜਾਈਏ। ਇੱਕ ਸਤਿਗੁਰ ਜੀ ਦੀ ਸ਼ਰਣਾਈ ਬਚਾਉਣ ਵਾਲੀ ਹੈ। ਬਾਕੀ ਸਾਡੇ ਜਿੰਨੇ ਕਰਮ ਨੇ ਸਾਨੂੰ ਡੋਬਣ ਵਾਲੇ ਨੇ। ਪ੍ਰਭੂ ਜੀ ਤੁਸੀਂ ਕਾਢ ਲਓ, ਇਸ ਸੰਸਾਰ ਸਾਗਰ ਤੋਂ ਬਚਾ ਲਓ, ਅਸੀਂ ਤੁਹਾਡੀ ਸ਼ਰਨ ਆਏ ਹਾਂ ਜੀ। ਸੋਰਠ ਮਹਿਲਾ ਪੰਜਵਾ, ਪਾਰ ਬ੍ਰਹਮ ਹੋਆ ਸਹਾਈ, ਕਥਾ ਕੀਰਤਨ ਸੁਖਦਾਈ। ਜਪੋ ਜੀ। ਗੁਰ ਪੂਰੇ ਕੀ ਬਾਣੀ, ਜਪ ਆਨੰਦ ਕਰੋ ਨਿਤ ਪ੍ਰਾਣੀ। ਸੋਰਠ ਮਹਲਾ ਪੰਜਵਾਂ, ਪਾਰ ਬ੍ਰਹਮ ਹੋਆ ਸਹਾਈ। ਪ੍ਰਭੂ ਸਹਾਈ ਹੋਇਆ, ਜਿਸ ਤੇ ਸਹਾਈ ਹੋਇਆ ਉਹਦੀ ਨਿਸ਼ਾਨੀ ਕੀ ਹੈ ਜੀ? ਕਥਾ ਕੀਰਤਨ ਸੁਖਦਾਈ। ਕਥਾ ਤੇ ਕੀਰਤਨ ਉਹਨੂੰ ਸੁਖ ਦੇਣ ਲੱਗ ਜਾਏਗੀ।
ਉਹਦੇ ਅੰਦਰ ਤਲਬ ਪੈਦਾ ਹੋ ਜਾਏਗੀ। ਹੁਣ ਭਾਈ ਗੁਰਦਾਸ ਜੀ ਨੇ ਪਟ ਰਾਣੀ ਦਾ ਵੀ ਜ਼ਿਕਰ ਕੀਤਾ ਹੋਇਆ, ਜਿਹੜੀ ਰਾਤੀ ਉੱਠ ਕੇ ਸੰਗਤ 'ਚ ਜਾਂਦੀ ਸੀ। ਰਾਜਾ ਸ਼ੱਕ ਕਰਦਾ ਸੀ, ਇੱਕ ਦਿਨ ਖੜਾਂ ਚੱਕ ਲਿਆਇਆ ਇੱਕ ਪੈਰ ਦੀ, ਤੇ ਘਰ ਆ ਕੇ ਦੇਖਿਆ ਰਾਣੀ ਸਵੇਰੇ ਵਾਪਸ ਆਈ ਤੇ ਖੜਾਵਾਂ ਪੂਰੀਆਂ ਦੀਆਂ ਪੂਰੀਆਂ। ਇਹ ਕਲਾ ਕੀ ਹੈ ਜੀ? ਇਹ ਹੈ ਜੀ ਜਿਹਦੇ ਪਾਪ ਸੰਗਤ 'ਚ ਆ ਕੇ ਸੜ ਜਾਂਦੇ ਨੇ ਨਾ, ਉਹ ਸੰਗਤ ਤੋਂ ਗੁਣ ਲੈ ਕੇ ਜਾਂਦਾ ਹੈ। ਜਿਹੜਾ ਸੰਗਤ ਤੋਂ ਬੈਠ ਕੇ ਫਿਰ ਅਵਗੁਣਾ 'ਚ ਚਲਾ ਜਾਂਦਾ ਹੈ, ਉਹ ਸੰਗਤ 'ਚ ਕਮਾਏ ਹੋਏ ਗੁਣ ਵੀ ਸਾੜ ਆਉਂਦਾ ਹੈ। 4 ਚੀਜ਼ਾਂ ਦਾ ਸਵੇਰੇ ਜ਼ਿਕਰ ਕੀਤਾ ਸੀ ਜੀ। ਜੇ ਮਾੜੇ ਕਰਮ ਨੇ, ਮਾੜੇ ਕਰਮ ਸਾੜਨੇ ਨੇ ਸਵੇਰ ਦੀ ਕਥਾ 'ਚ। ਇੱਕ ਤੇ ਜਿੰਨਾ ਕੀਰਤਨ ਹੋ ਸਕਦਾ ਸੁਣੋ, ਇਹ ਭਾਈ ਵੀਰ ਸਿੰਘ ਨੇ ਵੀ ਲਿਖਿਆ, ਜਿੰਨਾ ਕੀਰਤਨ ਹੋ ਸਕਦਾ ਸੁਣੋ, ਵੱਧ ਤੋਂ ਵੱਧ ਸੁਣੋ। ਦੂਸਰਾ, ਦਿਨ ਰਾਤੀ ਸਿਮਰਨ ਵਿੱਚ ਜੁੜੋ, ਜਿੰਨਾ ਗੁਰੂ ਕਾ ਸਿੱਖ ਜੁੜ ਸਕਦਾ ਹੈ। ਤੀਸਰੀ, ਸੰਗਤ ਦਾ ਨਾਗਾ ਨਾ ਪਾਏ ਕੋਈ। ਔਰ ਚੌਥਾ, ਬਾਣੀ ਰੱਜ ਰੱਜ ਕੇ ਪੜੋ ਜੀ। ਇਹ ਇਕੱਲਾ ਸੁਣਨਾ ਨਹੀਂ ਹੈ, ਇਕੱਲਾ ਸਿਮਰਨ ਕਰਨਾ ਨਹੀਂ, ਜਾਂ ਸੰਗਤ 'ਚ ਆਉਣਾ ਨਹੀਂ, ਆਪ ਵੀ ਬਾਣੀ ਪੜ੍ਹਨੀ ਪਏਗੀ। ਸਤਿਗੁਰ ਜੀ ਇਹੀ ਕਹਿੰਦੇ, ਗੁਰਪੂਰੇ ਕੀ ਬਾਣੀ। ਇਸ ਬਾਣੀ ਨੂੰ, ਇਹ ਪੂਰੇ ਗੁਰੂ ਦੀ ਬਾਣੀ ਹੈ। ਜਪ ਅਨੰਦ ਕਰੋ ਨਿਤ ਪ੍ਰਾਣੀ। ਅਨੰਦ ਇੱਥੇ ਆਨੰਦ ਲਈ ਆਇਆ, ਅਨਹਦ ਸ਼ਬਦਾਂ ਲਈ ਨਹੀਂ ਆਇਆ। ਦੱਦੇ ਨੂੰ ਔਂਕੜ ਹੈ। ਇਸ ਬਾਣੀ ਨੂੰ ਪੜ੍ਹ ਕੇ ਸਾਰੇ ਇਸ ਜੀਵਨ ਦਾ ਲਾਹਾ ਖੱਟੋ ਜੀ। ਹਰ ਸਾਚਾ ਸਿਮਰੋ ਪਾਈ, ਸਾਧ ਸੰਗ ਸਦਾ ਸੁਖ ਪਾਈਐ। ਹਰ ਬਿਸਰ ਨ ਕਬਹੂ ਜਾਈ ਰਹਾਉ। ਇਸ ਸ਼ਬਦ ਦੇ ਵਿੱਚ ਉਹ 4 ਚੀਜ਼ਾਂ ਨੇ, ਪ੍ਰਭੂ ਦੀ ਬਾਣੀ, ਪ੍ਰਭੂ ਦੀ ਸੰਗਤ, ਸਿਮਰਨ, ਅਨ ਦਿਨ ਆਰਾਧਨਾ। ਪਾਰ ਬ੍ਰਹਮ ਹੁਆ ਸਹਾਈ, ਕਥਾ ਕੀਰਤਨ ਸੁਖਦਾਈ। ਜਿਹਨੂੰ ਲੱਗਿਆ ਹਰ ਸਾਚਾ ਸਿਮਰੋ ਭਾਈ, ਉਹਨੂੰ ਫਿਰ ਸੁਚੇਤਤਾ ਰਹਾਉ ਦੀ ਤੁਕ ਦੇ ਵਿੱਚ ਪ੍ਰਭੂ ਜੀ ਨੇ ਕਿਹਾ, ਜੇ ਬਾਣੀ ਤੇ ਕੀਰਤਨ ਚੰਗਾ ਲੱਗਣ ਲੱਗ ਗਿਆ ਨਾ, ਬਸ ਇਹ ਸਮਝ ਲਓ ਕਿ ਭੋਜਨ ਨਾਮ ਅੰਮ੍ਰਿਤ ਰਸ ਪੁੰਚੋ, ਸਰਬ ਵੇਲਾ ਮੁਖ ਪਾਵੋ। ਜਰਾ ਮਰਾ ਤਾਪ ਸਭ ਨਠ, ਗੁਣ ਗੋਬਿੰਦ ਨਿਤ ਗਾਵੋ। ਇਹ ਵੱਤਰ ਦਾ ਵੇਲਾ ਹੈ। ਹੁਣ ਨਾ ਪਿੱਛੇ ਹਟੋ। ਜੇ ਕੀਰਤਨ ਕਥਾ ਸੋਹਣੀ ਲੱਗੀ ਹੈ, ਇਹ ਹੈ ਜੀ ਅੰਤਰੀ ਭਾਵ, ਹਰ ਸਾਚਾ ਸਿਮਰੋ ਭਾਈ। ਇਸ ਤੋਂ ਚੰਗਾ ਵੇਲਾ ਕੋਈ ਨਹੀਂ ਹੈ। ਇਹੀ ਵੱਤਰ ਦਾ ਵੇਲਾ ਹੈ। ਸਾਧ ਸੰਗ ਸਦਾ ਸੁਖ ਪਾਈਐ, ਹਰ ਬਿਸਰ ਨਾ ਕਬਹੂ ਜਾਈ। ਜਿਹਨੇ ਸੰਗਤ 'ਚ ਸੁਖ ਪਾਲਿਆ, ਉਹਨੂੰ ਪ੍ਰਭੂ ਕਦੀ ਵਿਸਰਦਾ ਨਹੀਂ ਹੈ ਜੀ। ਰਹਾਉ। ਅੰਮ੍ਰਿਤ ਨਾਮ ਪਰਮੇਸ਼ੁਰ ਤੇਰਾ, ਜੋ ਸਿਮਰੈ ਸੋ ਜੀਵੈ। ਜਿਸ ਨਉ ਕਰਮ ਪ੍ਰਾਪਤ ਹੋਵੈ, ਸੋ ਜਨ ਨਿਰਮਲ ਥੀਵੈ। ਅੰਮ੍ਰਿਤ ਨਾਮ ਪਰਮੇਸ਼ੁਰ ਤੇਰਾ। ਪ੍ਰਭੂ ਜੀ ਤੁਹਾਡਾ ਇਹ ਨਾਮ ਅੰਮ੍ਰਿਤ ਹੈ, ਇਹ ਬਾਣੀ ਵੀ ਅੰਮ੍ਰਿਤ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੈ ਪਰਮਗਤ ਮੇਰੀ। ਜੋ ਸਿਮਰੈ ਸੋ ਜੀਵੈ। ਜੋ ਸਿਮਰੇਗਾ ਉਹਨੂੰ ਆਤਮਕ ਜੀਵਨ ਦੀ ਰੋਹ ਮਿਲੇਗੀ। ਜਿਸਨੂੰ ਕਰਮ ਪ੍ਰਾਪਤ ਹੋਵੈ, ਕਰਮ ਖੰਡ ਕੀ ਬਾਣੀ ਰੂਪ। ਤਿੱਥੈ ਘਾੜਤ ਘੜੀਐ ਬਹੁਤ ਅਨੂਪ। ਇਹ ਕਰਮ ਖੰਡ, ਕਰਮ ਭਾਵ ਬਖਸ਼ਿਸ਼। ਸਤਿਗੁਰ ਜੀ ਦੀ ਜਿੱਥੇ ਬਖਸ਼ਿਸ਼ ਹੋਏਗੀ, ਉਥੇ ਇਹ ਨਿਰਮਲ ਮਨ ਥੀਵੈ, ਢੁੱਕ ਜਾਏਗਾ, ਬੜਾ ਸੋਹਣਾ ਹੋ ਜਾਏਗਾ ਜੀ। ਬਿਘਨ ਬਿਨਾਸਨ ਸਭ ਦੁਖ ਨਾਸਨ, ਗੁਰ ਚਰਣੀ ਮਨ ਲਾਗਾ। ਗੁਣ ਗਾਵਤ ਅਚੁੱਤ ਅਬਿਨਾਸੀ, ਅਨ ਦਿਨ ਹਰ ਰੰਗ ਜਾਗਾ। ਸਾਰੇ ਬਿਘਨ ਸਭ ਵਿਨਾਸ਼ ਹੋ ਜਾਣਗੇ, ਸਾਰੇ ਦੁੱਖ ਕੱਟ ਜਾਣਗੇ, ਜਿਹਦਾ ਮਨ ਗੁਰੂ ਦੀ ਬਾਣੀ 'ਚ ਲੱਗਿਆ। ਪ੍ਰਭੂ ਦੀ ਬਾਣੀ ਨੂੰ ਗਾਉਂਦਿਆਂ, ਗੁਣ ਗਾਵਤ ਅਚੁੱਤ, ਇਹ ਅਚੁੱਤ ਸੰਸਕ੍ਰਿਤ ਦੇ ਲਫ਼ਜ਼ ਤੋਂ ਬਣਿਆ। ਅਚੁੱਤ ਇਹਨੂੰ ਪੜ੍ਹਦੇ ਹਾਂ ਅਸੀਂ। ਅਬਨਾਸੀ, ਜਿਹੜਾ ਵੱਡਾ ਹੈ ਅਚੁੱਤ, ਜਿਹਨੂੰ ਮਾਰਿਆ ਨਹੀਂ ਜਾ ਸਕਦਾ, ਜਿਹੜਾ ਮਹਾਨ ਹੈ। ਅਨ ਦਿਨ ਹਰ ਰੰਗ ਜਾਗਾ। ਉਹਦਾ ਮਨ ਵਿਕਾਰਾਂ ਤੋਂ ਬਿਲਕੁਲ ਸੁਚੇਤ ਹੋ ਜਾਂਦਾ ਹੈ, ਉਹ ਜਾਗ ਜਾਂਦਾ ਹੈ ਜੀ। ਮਨ ਇੱਛੇ ਸੇ ਫਲ ਪਾਏ, ਜਪੋ ਜੀ। ਹਰ ਕੀ ਕਥਾ ਸੁਹੇਲੀ। ਆਦ ਅੰਤ ਮਦ ਨਾਨਕ ਕਹੋ, ਸੋ ਪ੍ਰਭ ਹੋਆ ਬੇਲੀ। ਉਹਨੂੰ ਪ੍ਰਭੂ ਦੇ ਮਨ ਇੱਛੇ ਭਾਏ ਹੋਏ ਫਲ ਸਾਰੇ ਮਿਲ ਜਾਂਦੇ ਪ੍ਰਭੂ ਵੱਲੋਂ। ਜਿਹਨੂੰ ਹਰ ਕੀ ਕਥਾ ਸੁਹੇਲੀ, ਪ੍ਰਭੂ ਦੀ ਬਾਤ, ਪ੍ਰਭੂ ਦੀ ਗੋਸ਼ਟ ਚੰਗੀ ਲੱਗਦੀ ਹੈ, ਉਹਨੂੰ ਫਿਰ ਲੱਗਦਾ ਆਦ ਪੂਰਨ ਅੰਤ ਪੂਰਨ ਮਦ ਪੂਰਨ। ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਆਦ ਅੰਤ ਮਦ ਨਾਨਕ ਕੋ, ਸੋ ਪ੍ਰਭ ਹੋਆ ਬੇਲੇ। ਸੁਣ ਯਾਰ ਹਮਾਰੇ ਸੱਜਣ, ਇੱਕ ਕਰੂੰ ਬੇਨੰਤੀਆ। ਤਿਸ ਮੋਹਨ ਲਾਲ ਪਿਆਰੇ ਹੋਂ ਫਿਰੋਂ ਖੁਜੰਤੀਆ। ਉਹ ਪ੍ਰਭੂ ਬੇਲੀ ਮਿੱਤਰ ਦੀ ਤਰ੍ਹਾਂ ਨਾਲ ਹੁੰਦਾ ਹੈ ਜੀ। ਸੋਰਠ ਮਹਿਲਾ ਪੰਜਵਾ।
ਪੰਚ ਪਦਾ ਬਿਨ ਸਹਿ ਮੋਹ ਮੇਰਾ ਅਰ ਤੇਰਾ ਬਿਨ ਸਹਿ ਆਪਣੀ ਤਾਰੀ। ਹੁਣ ਇਹ ਚੌਪਦਿਆਂ ਦੇ ਵਿੱਚ ਇੱਕੋ ਇੱਕ ਸ਼ਬਦ ਪੰਜ ਪਦਾ ਹੈ। ਇੱਥੇ ਗੁਰੂ ਸਾਹਿਬ ਨੇ ਪੰਜ ਪਦੇ ਨਹੀਂ ਵਰਤਿਆ, ਪੰਜ ਪਦਾ ਵਰਤਿਆ, ਕਿਉਂਕਿ ਇੱਕੋ ਇੱਕ ਸ਼ਬਦ ਹੈ। ਇਹ ਬਿਲਕੁਲ ਸਪਸ਼ਟ ਹੈ। ਸੋਰਠ ਮਹੱਲਾ ਪੰਜਵਾਂ, ਪੰਜ ਪਦਾ। ਬਿਨ ਸਹਿ ਮੋਹ ਮੇਰਾ ਅਰ ਤੇਰਾ, ਬਿਨ ਸਹਿ ਆਪਣੀ ਧਾਰੀ। ਜਿਸ ਦਿਨ ਇਹ ਵਿਸਰ ਗਈ ਨਾ, ਮੇਰਾ ਤੇਰਾ ਛੋੜਿਆ ਭਾਈ ਹੋਈਐ ਸਗਲ ਕੀ ਰੇਣ। ਜਿਸ ਦਿਨ ਮੇਰਾ ਤੇਰਾ ਛੁੱਟ ਗਿਆ, ਸਤਿਗੁਰੂ ਜੀ ਕਹਿੰਦੇ ਆ, ਉਸ ਦਿਨ ਆਪਣੀ ਧਾਰੀ ਭਾਵ ਆਪਣੇ ਆਪ ਦੀ ਪਛਾਣ ਹੋਏਗੀ ਕਿ ਮੈਂ ਕੌਣ ਹਾਂ ਤੇ ਕਿੱਥੋਂ ਆਇਆ ਹਾਂ ਜੀ। ਸੰਤੋ ਇਹਾਂ ਬਤਾਵੋ ਕਾਰੀ, ਜਿਤ ਹਉ ਮੈਂ ਗਰਭ ਨਿਵਾਰੀ ਰਹਾਉ। ਬਸ ਮੈਂ ਮੁਕਾਈਏ, ਸਤਿਗੁਰੂ ਜੀ ਤੋਂ ਇਹ ਦਾਤ ਮੰਗੀਏ। ਬਿਨ ਸਹਿ ਆਪਣੀ ਧਾਰੀ, ਮੇਰੀ ਧਾਰੀ ਹੋਈ ਚੀਜ਼ਾਂ ਹੈ, ਮੇਰਾ ਇਹ ਬਿਨਸ ਜਾਏ ਇਸ ਰੂਪ 'ਚ। ਸੰਤੋ ਇਹਾਂ ਬਤਾਵੋ ਕਾਰੀ, ਇਹ ਕਾਰਜ ਦੱਸਿਆ ਹੈ ਸੰਤ ਜਨਾਂ ਨੇ। ਜਿਤ ਹਉ ਮੈਂ ਗਰਭ ਨਿਵਾਰੀ, ਮੈਂ ਨੂੰ ਜਿੰਨਾ ਕੋਈ ਘਟਾਏਗਾ ਉਨਾ ਤੂੰ ਵਧੇਗਾ। ਇਹੀ ਹਉਮੈ ਨੂੰ ਮਾਰਨ ਦਾ, ਨਿਵਾਰਨ ਦਾ ਇੱਕੋ ਇੱਕ ਹੀਲਾ ਹੈ ਜੀ। ਰਹਾਉ ਸਰਬ ਪੂਤ ਪਾਰ ਬ੍ਰਹਮ ਕਰ ਮਾਨਿਆ, ਹੋਵਾਂ ਸਗਲ ਰੇ ਨਾਰੀ। ਭੂਤ ਇੱਥੇ ਆਖਿਆ ਜੀ ਮਨੁੱਖਾਂ ਨੂੰ, ਭਾਵ ਸਾਰੇ ਜਨਤਾ ਨੂੰ। ਸਰਬ ਭੂਤ ਸਾਰਿਆਂ ਦੇ ਵਿੱਚ, ਪਾਰ ਬ੍ਰਹਮ ਕਰ ਮਾਨਿਆ, ਪ੍ਰਭੂ ਵੱਜਦਾ ਪਿਆ, ਪ੍ਰਭੂ ਬੋਲਦਾ ਪਿਆ, ਅੰਦਰ ਹੈ। ਹੋਵਾਂ ਸਗਲ ਰੇ ਨਾਰੀ, ਇਸ ਕਰਕੇ ਸਾਰਿਆਂ ਦੀ ਰੇਣੁਕਾ ਹੋਵਾਂ ਜੀ। ਵੇਖਿਓ ਪ੍ਰਭ ਜੀਓ ਆਪਣੇ ਸੰਗੇ, ਚੁਕੈ ਪੀਤ ਪ੍ਰਮਾਰੀ। ਪ੍ਰਭੂ ਨੂੰ ਸਦਾ ਆਪਣੇ ਅੰਗ ਸੰਗ ਜਾਣੋ ਜੀ, ਬਿਲਕੁਲ ਅੰਗ ਸੰਗ। ਪੁਰਾਣੇ ਸਿੱਖਾਂ ਦੀ ਤੁਸੀਂ ਬੋਲੀਆਂ ਪੜ੍ਹੋ, ਜਿਹਨੂੰ ਆਪਾਂ ਗੜਗੱਜ ਬੋਲੇ ਵੀ ਆਖਦੇ ਹਾਂ, ਸਤਿਗੁਰੂ ਜੀ ਦੇ ਬੋਲੇ ਵੀ ਆਖਦੇ ਹਾਂ ਸਿੱਖਾਂ ਦੇ, ਜਿਹੜੇ ਕੱਲੇ ਕੱਲੇ 1.25 ਲੱਖ ਕਹੀ ਜਾਂਦੇ ਆ ਜੀ। ਜਿਹੜੇ ਬਾਟੇ ਨੂੰ ਚੁਬਾਰਾ, ਗਲਾਸ ਨੂੰ ਚੁਬਾਰਾ, ਬਾਟੇ ਨੂੰ ਵਿਹੜਾ ਆਖੀ ਜਾਂਦੇ, ਦੁੱਧ ਨੂੰ ਸਮੁੰਦਰ ਆਖੀ ਜਾਂਦੇ ਨੇ, ਡੰਡੇ ਨੂੰ ਸੋਟਾ ਨਹੀਂ ਆਖਦੇ, ਉਹ ਅਕਲਦਾਨ ਆਖਦੇ ਆ, ਚੱਪਲਾਂ ਨੂੰ ਚਰਨਦਾਸੀ ਤੇ ਜੁੱਤੀ ਨੂੰ ਅਣਥੱਕ ਸਵਾਰੀ ਆਖਦੇ ਆ। ਦੇਖੋ ਕਿੱਡੀ ਕੁ ਚੜ੍ਹਦੀ ਕਲਾ ਇਹ, ਜਿਹੜੀ ਥੱਕਦੀ ਨਹੀਂ ਕਦੀ। ਉਹਨਾਂ ਗੁਰਸਿੱਖਾਂ ਦੀ ਇਹ ਬਿੱਦ ਸੀ। ਕੋਈ ਨੂੰ ਪੁੱਛੀਏ ਕੱਲਾ, ਕਹਿੰਦਾ ਕੱਲਾ ਕੌਣ ਹੈ ਜੀ। ਉਥੇ ਇਹੀ ਹੋਇਆ ਸੀ ਨਾ ਡੱਲੇ ਦੇ ਨਾਲ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਵਾਜ਼ ਮਾਰੀ ਡੱਲੇ, ਤੇ ਬਾਹਰੋਂ ਆਵਾਜ਼ ਆਈ, ਨਾ ਡੱਲਾ ਨਾ ਮੱਲਾ, ਗੁਰੂ ਗੋਬਿੰਦ ਸਿੰਘ ਕੱਲਾ। ਮਹਾਰਾਜ ਜੀ ਨੇ ਅੰਦਰੋਂ ਆਵਾਜ਼ ਮਾਰੀ, ਕਹਿੰਦੇ ਡੱਲਾ ਨਾ ਮੱਲਾ, ਗੋਬਿੰਦ ਸਿੰਘ ਨਾਲ ਅੱਲਾ। ਗੁਰੂ ਗੋਬਿੰਦ ਸਿੰਘ ਕਦੀ ਕੱਲੇ ਨੇ। ਮਹਾਰਾਜ ਇਹ ਕਹਿੰਦੇ ਕਿ ਉਹਨਾਂ ਨਾਲ ਵੀ ਗੁਰੂ, ਤੇ ਗੁਰੂ ਕਾ ਸਿੱਖ ਵੀ ਇਹ ਕਹੇ ਜੀ ਕਿ ਮੇਰੇ ਨਾਲ ਪੇਖਿਓ ਪ੍ਰਭ ਜੀਓ ਆਪਣੇ ਸੰਗੇ। ਮੈਂ ਹਰ ਵੇਲੇ ਆਪਣੇ ਸੰਗ ਪ੍ਰਭੂ ਨੂੰ ਹੀ ਵੇਖਦਾ, ਮੇਰੇ ਨਾਲ ਪ੍ਰਭੂ ਹੈ। ਪੇਖਿਓ ਪ੍ਰਭ ਜੀਓ ਆਪਣੇ ਸੰਗੇ, ਚੁਕੈ ਭੀਤ ਪ੍ਰਮਾਰੀ। ਜਿਹੜੀ ਆ ਕੂੜ ਦੀ ਪਾਲ ਸੀ, ਭਰਮ ਦੀ ਕੰਧ ਸੀ, ਤੇਰੇ ਮੇਰੇ ਵਾਲੀ, ਵਿਰੋਧਾਭਾਸ ਵਾਲੀ, ਉਹ ਸਭ ਨਾਸ਼ ਹੋ ਗਈ ਜੀ। ਔਖਦ ਨਾਮ ਨਿਰਮਲ ਜਲ ਅੰਮ੍ਰਿਤ, ਪਾਈਐ ਗੁਰੂ ਦੁਆਰੀ। ਇਹ ਔਸ਼ਧੀ ਨਾਮ ਦੀ, ਇਹ ਜਲ ਅੰਮ੍ਰਿਤ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜਾ ਤੇ ਤੇਰਾ ਨਾਏ ਵਾਸਾਰੀ। ਇਹ ਗੁਰੂ ਦੇ ਦੁਆਰੇ, ਗੁਰੂ ਵੱਲੋਂ, ਗੁਰੂ ਦੇ ਰਾਹੀਂ, ਗੁਰੂ ਵਿਚੋਲੇ ਤੋਂ ਹੀ ਮਿਲੇਗੀ ਜੀ। ਕਹੋ ਨਾਨਕ ਜਿਸ ਮਸਤਕ ਲਿਖਿਆ, ਤਿਸ ਗੁਰ ਮਿਲ ਰੋਗ ਬਿਦਾਰੀ। ਜਿਹਦੇ ਮਸਤਕ ਦੇ ਉੱਤੇ ਲਿਖਿਆ ਗਿਆ, ਉਹਦੇ ਰੋਗ ਪ੍ਰਭੂ ਜੀ ਆਪ ਹੀ ਬਿਦਾਰ ਮਿਟਾ ਦਿੰਦੇ ਨੇ ਜੀ। ਸੋਰਠ ਮਹਿਲਾ ਪੰਜਵਾ, ਘਰ ਦੂਜਾ ਦੁਪਦੇ, ਇਕ ਓੰਕਾਰ ਸਤਿਗੁਰ ਪ੍ਰਸਾਦ। ਸਗਲ ਬਨਸਪਤ ਮਹਿ ਬੈ ਸੰਤਰ, ਸਗਲ ਦੂਧ ਮਹਿ ਕੀਆ, ਊਚ ਨੀਚ ਮਹਿ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਮੈਨੂੰ ਸਤਸੰਗੀ ਜਨਾਂ ਨੇ ਪੁੱਛਿਆ ਕਿ ਇਹ ਵਾਲਾ ਹੁਕਮਨਾਮਾ ਤੇ ਸਾਡੇ ਗੁਰਦੁਆਰਿਆਂ 'ਚ ਨਹੀਂ ਆਉਂਦਾ, ਪਰ ਦਰਬਾਰ ਸਾਹਿਬ 'ਚ ਕਿਵੇਂ ਆ ਜਾਂਦਾ ਹੈ? ਕਿਉਂਕਿ ਇੱਕ ਹੁਕਮ ਲੈਣ ਦੀ ਮਰਿਆਦਾ ਹੈ ਜੀ। ਮਹਾਰਾਜ ਜੀ ਦਾ ਸੱਜਾ ਪਾਸਾ ਤੇ ਸਾਡਾ ਖੱਬਾ ਪਾਸਾ, ਤੇ ਇੱਥੋਂ ਅਸੀਂ ਲੈਂਦੇ ਹਾਂ। ਪਰ ਅਸਲ ਦੇ ਵਿੱਚ ਜਿਹੜੀ ਦਰਬਾਰ ਸਾਹਿਬ ਮਹਾਰਾਜ ਜੀ ਦੀ ਹੱਥ ਲਿਖਤ ਬੀੜ ਪਈ ਹੈ ਨਾ, ਉਹਦੀ ਜਿਹੜੀ ਸਾਡੀ ਆ ਪ੍ਰਿੰਟਡ ਬੀੜ ਸਾਹਿਬ ਨੇ, ਇਹਦੇ ਨਾਲ ਰਲਦੇ ਨਹੀਂ ਜੀ ਉਹਨਾਂ ਦੇ ਅੰਗ। ਇਹ ਬੜੀ ਯੂਨੀਫਾਰਮ ਹੈਗੀਆਂ। ਉਹਨਾਂ ਦੇ ਅੰਗ ਪੁਰਾਤਨ ਰੂਪ ਦੇ ਵਿੱਚ ਚੱਲ ਰਹੇ ਨੇ। ਉਹਨਾਂ ਦਾ ਅੰਗ ਵੀ ਕੁਛ ਹੋਰ ਆਉਂਦਾ ਹੈ, ਸਾਡਾ ਅੰਗ ਕੁਛ ਹੋਰ ਆਉਂਦਾ ਹੈ।
ਇਸ ਕਰਕੇ ਮਰਿਆਦਾ ਤੇ ਉਹੀ ਹੈ ਜਿਹੜੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੇ ਵਿੱਚ ਉਵੇਂ ਹੀ ਹੁਕਮਨਾਮਾ ਲਿਆ ਜਾਂਦਾ ਹੈ। ਪਰ ਉਹ ਹੱਥ ਲਿਖਤ ਹੋਣ ਕਰਕੇ ਉਹਨਾਂ ਸ਼ਬਦਾਂ ਦੀ ਵੇਗ, ਉਹਨਾਂ ਸ਼ਬਦਾਂ ਦੀ ਹਾਇਰਾਰਕੀ ਵੱਖਰੀ ਹੈ। ਭਾਵ ਕਿ ਉਹ ਅੰਗ ਵੱਖਰੇ ਦੇ ਹੈ। ਉਹ ਇਸ ਰੂਪ ਦੇ ਵਿੱਚ ਅੰਗ ਜਦ ਪਲਟਿਆ ਜਾਂਦਾ ਤੇ ਹੋ ਸਕਦਾ ਉਹ ਅੰਗ ਤੋਂ ਸ਼ੁਰੂ ਹੁੰਦੇ ਹੋਣ, ਤਾਂ ਇਹ ਹੁਕਮਨਾਮਾ ਆਉਂਦਾ। ਇਹ ਦੁਪਦੇ ਛੋਟੇ 2 ਪਦਿਆਂ ਦੇ ਸ਼ਬਦ ਨੇ, ਬੜੇ ਛੋਟੇ ਛੋਟੇ ਸ਼ਬਦ ਨੇ ਜੀ, ਆਨੰਦਮਈ ਸ਼ਬਦ ਨੇ। ਸੋਰਠ ਮਹੱਲਾ ਪੰਜਵਾਂ ਘਰ ਦੂਜੇ 'ਚ ਗਾਉਣ ਦੀ ਹਿਦਾਇਤ ਹੈ। ਦੁਪਦੇ ਏਕ ਓੰਕਾਰ ਸਤਿਗੁਰ ਪ੍ਰਸਾਦ, ਸਗਲ ਬਨਸਪਤ ਮਹਿ ਬੈ ਸੰਤਰ। ਸਾਰੀ ਬਨਸਪਤੀ ਦੇ ਅੰਦਰ ਅੱਗ ਲੁਕੀ ਪਈ ਹੈ, ਹਰ ਇੱਕ ਲੱਕੜ ਦੇ ਅੰਦਰ ਅੱਗ ਲੁਕੀ ਪਈ ਹੈ। ਬਸ ਉਹਨੂੰ ਭੜਕਾਉਣ ਦੀ ਜੁਗਤ ਹੀ ਹੈ ਜੀ। ਸਗਲ ਦੂਧ ਮਹਿ ਘੀਆ, ਹਰ ਇੱਕ ਦੁੱਧ ਦੇ ਅੰਦਰ ਘਿਓ ਲੁਕਿਆ ਪਿਆ, ਬਸ ਉਹਨੂੰ ਪ੍ਰਗਟ ਕਰਨ ਦੀ, ਜਾਗ ਲਾ ਕੇ ਟਿਕਾਉਣ ਦੀ ਤੇ ਮਧਾਣੀ ਨਾਲ ਰਿੜਕਣ ਦੀ ਇੱਕ ਜੁਗਤ ਹੈ। ਊਚ ਨੀਚ ਮਹਿ ਜੋਤ ਸਮਾਣੀ, ਹਰ ਇੱਕ ਮਾੜੇ ਤੇ ਚੰਗੇ ਵਿੱਚ ਪ੍ਰਭੂ ਦੀ ਜੋਤ ਹੈ। ਘਟ ਘਟ ਮਾਧੋ ਜੀਆ, ਉਹ ਪ੍ਰਭੂ ਅੰਦਰ ਹੈ, ਬਸ ਉਹਨੂੰ ਪ੍ਰਗਟ ਕਰਨ ਦੀ ਜੁਗਤ ਕਿਸੇ ਵਿਰਲੇ ਕੋਲ ਹੈ ਜੀ। ਸੰਤੋ ਘਟ ਘਟ ਰਹਿਆ ਸਮਾਹਿਓ, ਪੂਰਨ ਪੂਰ ਰਹਿਓ ਸਰਬ ਮਹਿ, ਜਲ ਥਲ ਰਮਈਆ ਆਹਿਓ ਰਹਾਉ। ਸੰਤ ਜਨੋ ਘਟ ਘਟ ਦੇ ਵਿੱਚ ਸਮਾਇਆ ਹੋਇਆ, ਪੂਰਨ ਪੂਰ ਰਹਿਓ ਸਰਬ ਮਹਿ, ਸਾਰਿਆਂ ਵਿੱਚ, ਜਲ ਥਲ ਰਮਈਆ ਆਹਿਓ। ਆਹਿਓ ਦਾ ਭਾਵ ਹੈਗਾ, ਉਹ ਸਾਰਿਆਂ ਦੇ ਵਿੱਚ ਰਾਮ ਰਮਈਆ ਵਾਹਿਗੁਰੂ ਵਸਦਾ ਹੈ ਜੀ। ਰਹਾਉ। ਗੁਣ ਨਿਧਾਨ ਨਾਨਕ ਜਸ ਗਾਵੇ, ਸਤਿਗੁਰ ਪਰਮ ਚੁਕਾਇਓ, ਸਰਬ ਨਿਵਾਸੀ ਸਦਾ ਅਲੇਪਾ, ਸਭ ਮਹਿ ਰਹਾ ਸਮਾਇਓ। ਨਾਨਕ ਦੇ ਕੱਕੇ ਨੂੰ ਔਂਕੜ ਹੈ, ਧਿਆਨ ਨਾਲ ਇਹਦੇ ਅਰਥ ਬਦਲ ਜਾਂਦੇ ਆ। ਗੁਣ ਨਿਧਾਨ ਨਾਨਕ ਜਸ ਗਾਵੇ, ਗੁਰੂ ਸਾਹਿਬ ਕਹਿੰਦੇ ਅਸੀਂ ਵੀ ਉਸ ਪ੍ਰਭੂ ਦੇ ਜਸ ਗਾਉਂਦੇ ਹਾਂ। ਸਤਿਗੁਰ ਭਰਮ ਚੁਕਾਇਓ, ਉਸ ਪ੍ਰਭੂ ਨੇ, ਉਸ ਪਾਰ ਬ੍ਰਹਮ ਪਰਮੇਸ਼ਰ ਨੇ ਸਾਡਾ ਭਰਮ ਚੁਕਾਇਆ ਹੈ। ਸਰਬ ਨਿਵਾਸੀ ਸਦਾ ਅਲੇਪਾ, ਸਭ ਮਹਿ ਰਹਾ ਸਮਾਇਓ। ਉਹ ਪ੍ਰਭੂ ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ, ਉਹ ਸਾਰਿਆਂ ਵਿੱਚ ਸਮਾ ਕੇ ਵੀ ਅਲੇਪ ਹੈ ਜੀ। ਸੋਰਠ ਮਹਿਲਾ ਪੰਜਵਾਂ, ਜਾ ਕੈ ਸਿਮਰਨ ਹੋਏ ਆਨੰਦਾ, ਬਿਨ ਸੈ ਜਨਮ ਮਰਨ ਭੈ ਦੁਖੀ, ਚਾਰ ਪਦਾਰਥ ਨਵ ਨਿਧ ਪਾਵੈ, ਬਹੁੜ ਨ ਤ੍ਰਿਸ਼ਨਾ ਭੁਖੀ। ਸੋਰਠ ਮਹੱਲਾ ਪੰਜਵਾਂ, ਸ਼ਬਦਾਂ ਦੀ ਗਿਣਤੀ ਉਹੀ ਚੱਲ ਰਹੀ ਹੈ ਜੀ। 30ਵਾਂ ਸ਼ਬਦ ਹੈ, ਜਾ ਕੇ ਸਿਮਰਨ ਹੋਏ ਆਨੰਦਾ, ਬਿਨ ਸੈ ਜਨਮ ਮਰਨ ਭੈ ਦੁਖੀ। ਭੈ ਕਹਿੰਦੇ ਡਰ, ਤੇ ਦੁੱਖ ਖਤਮ ਹੋ ਜਾਂਦੇ। ਚਾਰ ਪਦਾਰਥ ਧਰਮ ਅਰਥ ਕਾਮ ਮੋਕਸ਼, ਇਹ ਚਾਰੋਂ ਮਿਲਣਗੇ। ਅੱਜ ਅਰਥ ਤੇ ਮੋਕਸ਼, ਉਹ ਵਾਹਿਗੁਰੂ, ਧਰਮ ਤੇ ਮੋਕਸ਼ ਖਤਮ ਹੋ ਗਿਆ, ਇੱਕ ਕਾਮ ਤੇ ਇੱਕ ਅਰਥ ਰਹਿ ਗਿਆ। ਅਰਥ ਕਹਿੰਦੇ ਅਰਥ ਸ਼ਾਸਤਰ। ਅਰਥ ਸ਼ਾਸਤਰ ਨੂੰ ਚਲਾਉਣ ਵਾਸਤੇ ਮੀਡੀਆ 'ਚ ਕਾਮ ਪਰੋਸਿਆ ਜਾ ਰਿਹਾ। ਹਰ ਇੱਕ ਚੀਜ਼ ਨੂੰ ਵੇਚਣ ਵਾਸਤੇ ਅੰਗ ਪ੍ਰਦਰਸ਼ਨੀ ਹੈ। ਕਾਮ ਤੇ ਅਰਥ ਅੱਗੇ ਰਹਿ ਗਏ ਨੇ, ਧਰਮ ਤੇ ਮੋਕਸ਼ ਗਵਾਚ ਚੁੱਕਾ ਹੈ। ਇਹ ਸਿਰਫ ਧਰਮ ਗੁਰੂ ਤੋਂ ਮਿਲਣਾ ਸੀ, ਮੋਕਸ਼ ਦੀ ਪ੍ਰਾਪਤੀ ਗੁਰੂ ਤੋਂ ਮਿਲਣੀ ਸੀ। ਇਹਦੇ ਉੱਤੇ 1 ਘੰਟੇ ਦੀ, ਕਈ ਘੰਟੇ ਦੀ ਕਥਾ ਹੋ ਸਕਦੀ ਹੈ ਜੀ, ਕਿ ਇਹ ਕੀ ਨੇ ਚਾਰ ਪਦਾਰਥ। ਅੱਜ ਵਾਕਈ ਇਹ ਚਾਰ ਪਦਾਰਥਾਂ ਦਾ ਨਾਸ਼ ਹੋ ਚੁੱਕਾ ਹੈ। ਸਤਿਗੁਰੂ ਜੀ ਕਹਿੰਦੇ ਚਾਰ ਪਦਾਰਥ ਨਵ ਨਿਧ ਪਾਵੈ, 9 ਨਿਧੀਆਂ ਪ੍ਰਭੂ ਦੇ ਖਜ਼ਾਨੇ ਵਿੱਚ ਪਈਆਂ ਨੇ। ਬਾਹਰ ਨਾ ਤ੍ਰਿਸ਼ਨਾ ਭੁੱਖੀ, ਧੁਖੀ ਜਿਹਨੂੰ ਕਹਿੰਦੇ ਨਾ, ਅੱਗ ਧੁੱਖ ਪੈਂਦੀ ਹੈ, ਚਿੰਗਾਰੀ ਹੁੰਦੀ ਹੈ, ਕਹਿੰਦੇ ਇਸ ਰੂਪ ਦੇ ਵਿੱਚ ਉਹਨੂੰ ਭੁੱਖੀ ਭਾਵ ਭੁੱਖ ਜਾਗਦੇ ਨਹੀਂ ਹੈ। ਜਿਸ ਤਰ੍ਹਾਂ ਚਿੰਗਾਰੀ ਤੋਂ ਭਾਂਬੜ ਮੱਚ ਜਾਂਦਾ ਹੈ, ਸਾਡੇ ਅੰਦਰ ਤ੍ਰਿਸ਼ਨਾ ਬੈਠੇ ਬੈਠੇ ਜਾਗ ਜਾਂਦੀ ਹੈ। ਕਹਿੰਦੇ ਜਿਹਨੂੰ ਸ਼ਬਦ ਮਿਲ ਗਿਆ ਉਹਨੂੰ ਮੁੜ ਕੇ ਫਿਰ ਤ੍ਰਿਸ਼ਨਾ ਦੀ ਭੁੱਖ ਨਹੀਂ ਜਾਗਦੀ ਜੀ। ਜਾ ਕੋ ਨਾਮ ਲੈਤ ਤੂੰ ਸੁਖੀ, ਸਾਸ ਸਾਸ ਧਿਆਵੋ ਠਾਕੁਰ ਕਹੋ, ਮਨ ਤਨ ਜੀਅਰੇ ਮੁਖੀ ਰਹਾਉ। ਜਿਹਦਾ ਨਾਮ ਜਾ ਨਹੀਂ ਪੜਨਾ, ਜਾ ਕੋ, ਜਿਸ ਦਾ ਨਾਮ ਲੈ ਕੇ ਤੈਨੂੰ ਸੁਖ ਮਿਲੇਗਾ, ਉਸੀ ਕਰਕੇ ਉਹਦਾ ਨਾਮ ਸਾਸ ਸਾਸ ਧਿਆਵੋ ਠਾਕੁਰ ਕਹੋ, ਮਨ ਤਨ ਜੀਅਰੇ ਮੁਖੀ। ਆਪਣੇ ਮੁਖ ਤੋਂ ਪ੍ਰਭੂ ਨੂੰ ਧਿਆਓ, ਮਨ ਨਾਲ ਧਿਆਓ, ਤਨ ਨਾਲ ਧਿਆਓ ਜੀ। ਰਹਾਓ। ਸ਼ਾਂਤ ਪਾਵਹਿ ਹੋਵੇ ਮਨ ਸੀਤਲ, ਅਗਨ ਨ ਅੰਤਰ ਤੁਖੀ, ਗੁਰ ਨਾਨਕ ਕਉ ਪ੍ਰਭੂ ਦਿਖਾਇਆ, ਜਲ ਥਲ ਤ੍ਰਿਪਵਨ ਰੁਖੀ। ਸ਼ਾਂਤ ਪਾਵੈ ਹੋਵੇ ਮਨ ਸੀਤਲ, ਸ਼ਾਂਤ ਮਿਲਦਾ ਹੈ। ਸ਼ਾਂਤ ਪਾਈ ਗੁਰ ਸਤਿਗੁਰ ਪੂਰੇ, ਸੁਖ ਉਪਜੇ ਵਾਜੇ ਅਨਹਦ ਤੂਰੇ। ਅਗਨ ਨਾ ਅੰਤਰ ਤੁਖੀ, ਮੁੜ ਕੇ ਤ੍ਰਿਸ਼ਨਾ ਦੀ ਅਗਨ ਨਹੀਂ ਤੁਖਦੇ। ਗੁਰੂ ਨਾਨਕ ਕਉ ਪ੍ਰਭੂ ਦਿਖਾਇਆ, ਮੈਂ ਪਾਰ ਬ੍ਰਹਮ ਪਰਮੇਸ਼ਵਰ, ਨਾਨਕ ਤੂੰ ਗੁਰ ਪਰਮੇਸ਼ਵਰ। ਜਿਸ ऊपर मेरी नज़र, नानक
तिस ऊपर तेरी नदर। इस रूप दे विच गुरु नानक को प्रभु दिखाया। जल थल त्रिभवन रुखी, रुखां दे अंदर भी गुरु नानक साहब ने उस प्रभु नूं ही तकिया जी। सोरठ महला पंजवा। काम क्रोध लोभ झूठ निंदा, इन ते आप छड़ावो। एह भीतर ते इनको डारो, आपन निकट बुलावो। सतगुर शाह गुण ਵੇਚ ਅਵਗੁਣ ਲੇਤ ਹੈ। ਸਤਗੁਰ ਸ਼ਾਹ ਸਾਨੂੰ ਗੁਣ ਵੇਚਦੇ ਨੇ ਤੇ ਗੁਣਾਂ ਦੇ ਬਦਲੇ ਸਾਡੇ ਅਵਗੁਣ ਲੈ ਲੈਂਦੇ ਨੇ। ਸਤਗੁਰ ਜੀ ਫਿਰ ਲੈ ਲਓ। ਸੋਰਠ ਮਹੱਲਾ ਪੰਜਵਾਂ। ਕਾਮ ਕ੍ਰੋਧ ਲੋਭ ਝੂਠ ਨਿੰਦਾ, ਇਨ ਤੇ ਆਪ ਛੁਡਾਵੋ। ਇਹ ਭੀਤਰ ਤੇ ਇਨ ਕੋ ਡਾਰੋ, ਇਹਨਾਂ ਨੂੰ ਡਰਾਓ, ਇਹਨਾਂ ਨੂੰ ਭਜਾਓ। ਸਤਿਗੁਰੂ ਜੀ ਆਪਣੇ ਨਿਕਟ ਬੁਲਾਵੋ, ਸਾਡੇ ਮਨ ਨੂੰ ਆਪਣੇ ਨੇੜੇ ਲੈ ਕੇ ਆਓ ਜੀ। ਆਪਣੀ ਬਿਧ ਆਪ ਜਨਾਵੋ, ਹਰ ਜਨ ਮੰਗਲ ਗਾਵੋ ਰਹਾਓ। ਸਾਨੂੰ ਆਪਣੀ ਬਿਧ ਦੱਸੋ, ਬੰਦਗੀ ਕਿਵੇਂ ਕਰਨੀ ਹੈ। ਪਰ ਮਹਾਰਾਜ ਜੀ ਕਹਿੰਦੇ ਸਾਨੂੰ ਵੀ ਨਹੀਂ ਪਤਾ ਕਿ ਕਿਸ ਤਰ੍ਹਾਂ ਕਰਨੀ। ਬਸ ਹਰ ਹਰ ਗੁਰ ਗੁਰ ਕਰਤਾ। ਬਸ ਇਵੇਂ ਹੀ ਹਰ ਹਰ ਗੁਰ ਗੁਰ ਜੀ ਕਰੇਗਾ। ਹਰ ਜਨ ਮੰਗਲ ਗਾਵੋ, ਉਹ ਗਾਏਗਾ ਤੇ ਪ੍ਰਭੂ ਦੀ ਬਿਧ ਨੂੰ ਜਾਣ ਲਏਗਾ ਜੀ। ਰਹਾਓ ਬਿਸਰ ਨਾਹੀ ਕਬਹੂ ਹੀ ਏਤੇ, ਇਹ ਬਿਧ ਮਨ ਮਹਿ ਪਾਵੋ। ਗੁਰ ਪੂਰਾ ਭੇਟਿਓ ਵਡ ਭਾਗੀ, ਜਨ ਨਾਨਕ ਕਤਹਿ ਨਾ ਤਾਵੋ। ਹੁਣ ਇਸ ਬਿਧ ਦੇ ਵਿੱਚ ਜਿਹੜਾ ਹਰ ਹਰ ਗੁਰ ਗੁਰ ਜਪੇਗਾ ਨਾ ਮੁਖ ਤੋਂ, ਕਿ ਹੋਰ ਕੁਛ ਨਹੀਂ, ਹੁਣ ਉਹਨੂੰ ਕੀ ਵਿਸਰ ਗਏਗਾ। ਉਹਨੂੰ ਪ੍ਰਭੂ ਤੇ ਨਹੀਂ ਵਿਸਰੇਗਾ, ਪਰ ਵਿਸਰ ਜਾਏਗਾ। ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਨਾ ਕੋ ਬੈਰੀ ਨਾ ਹੈ ਬੇਗਾਨਾ, ਸਗਲ ਸੰਗ ਹਮਕੋ ਬਨੇ। ਬਿਸਰ ਨਾ ਹੀ ਕਬਹੂ ਹੀ ਇਹ ਤੇ, ਪ੍ਰਭੂ ਨਹੀਂ ਵਿਸਰੇਗਾ। ਇਹ ਬਿਧ ਮਨ ਮਹਿ ਪਾਵੋ, ਐਸੀ ਬਿਧ ਪਾ ਦੋ। ਗੁਰਪੂਰਾ ਭੇਟਿਓ ਵਡ ਭਾਗੀ, ਜਨ ਨਾਨਕ ਕਥੈ ਨਾ ਤਾਵੋ। ਫਿਰ ਇਹ ਮਨ ਕਿਸੇ ਹੋਰ ਪਾਸੇ ਨਾ ਜਾਏ। ਸਮਾਂ ਸਮਾਪਤ ਹੈ ਜੀ। ਸਤਿਗੁਰੂ ਜੀ ਪਾਸੋਂ ਇਹ ਬਿਧ ਮੰਗੀਏ, ਫਿਰ ਹੋ ਜਾਏ ਇਹ ਮਨ। ਘੱਟੋ ਘੱਟ ਸੰਗਤ ਦੇ ਵਿੱਚ ਬੈਠ ਕੇ ਇਹ ਸੰਗਤ ਦੀ ਉਸ ਆਸ, ਉਸ ਅਕਸ, ਉਸ ਅੰਸ਼ ਨੂੰ, ਉਸ ਰੇਣੂਕਾ ਨੂੰ ਹਿਰਦੇ 'ਚ ਵਸਾਏ ਕਿ ਮੈਂ ਮੇਰੀ ਮੁਕਾ ਕੇ ਬਾਣੀ ਦੇ ਵਿੱਚ। ਅਸੀਂ ਕਹਿਣ ਕਹਾਉਣ ਵਾਲੇ ਵੀ ਸਤਿਗੁਰੂ ਜੀ ਪਾਸੋਂ ਇਹੀ ਅਰਦਾਸ ਕਰਦੇ ਹਾਂ ਕਿ ਕਿਥੇ ਕਹਿੰਦੇ ਕਹਿੰਦੇ ਕਿ ਸਾਡਾ ਜੀਵਨ ਵੀ ਤਬਦੀਲ ਹੋ ਜਾਏ। ਕਿਉਂਕਿ ਸਾਡੇ ਤੋਂ ਲੱਖ ਗੁਣਾ ਚੰਗੇ ਤੁਸੀਂ ਉਹ ਸਾਧ ਸੰਗਤ ਜੀ ਜਿਹੜੇ ਮਨ ਕਰਕੇ ਸਤਿਗੁਰੂ ਜੀ ਦੀ ਬਾਣੀ 'ਚ ਜੁੜਦੇ ਹੋ। ਸਮੁੱਚੇ ਤੌਰ 'ਤੇ ਆਪ ਸਾਰਿਆਂ ਦੇ ਚਰਨਾਂ 'ਚ ਇਸਤਕਬਾਲ ਹੈ। ਨਮੋ ਹੈ ਸਤਿਗੁਰੂ ਜੀ ਮਿਹਰ ਕਰਨ। ਇਸੇ ਤਰ੍ਹਾਂ ਆਪ ਸੰਗਤਾਂ ਦੇ ਚਰਨ ਪਰਸਦੇ ਰਹੀਏ। ਆਪ ਸੰਗਤਾਂ ਦੇ ਚਰਨਾਂ ਨੂੰ ਲੋਚਦੇ ਹਾਂ। ਧੰਨਵਾਦ ਹੈ। ਧੰਨਵਾਦ ਭਾਈ ਸਾਹਿਬ ਭਾਈ ਰਾਜਵਿੰਦਰ ਸਿੰਘ ਜੀ ਦਾ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਗੱਜ ਵੱਜ ਕੇ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।